ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਣ ਰਹੇ ਹੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਅੱਜ ਜੋ ਸਾਡਾ ਟੌਪਿਕ ਹੈ ਅੱਜ ਦੇ ਸਾਡੇ ਚੈਨਲ ਦਾ ਐਪੀਸੋਡ ਦਾ, ਉਹ ਹੈ ਜੁਗਾੜ। ਅਸੀਂ ਜ਼ਿਆਦਾਤਰ ਜੁਗਾੜ ਵੱਲ ਦੇਖਦੇ ਹਾਂ। ਇਨਫੋਰਮੇਸ਼ਨ ਆ ਜਿਹੜੀ ਘੱਟ ਦੇਖੀ ਜਾ ਰਹੀ ਹੈ। ਜ਼ਿਆਦਾਤਰ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਅਸੀਂ ਇਨਫੋਰਮੇਸ਼ਨ ਭਾਵੇਂ ਨਾ ਲਈਏ, ਪਰ ਸਾਡਾ ਕੰਮ ਹੋ ਜਾਏ, ਸਾਨੂੰ ਕਿਸੇ ਪਾਸੇ ਜਾਣਾ ਵੀ ਨਾ ਪਵੇ, ਅਤੇ ਇਹ ਕੰਮ ਕਰਨ ਦੇ ਲਈ ਭਾਵੇਂ ਸਾਨੂੰ ਪੈਸੇ ਵੀ ਦੇਣੇ ਪੈ ਜਾਣ। ਜੁਗਾੜ, ਸ਼ਾਰਟਕਟ, ਛੋਟਾ ਰਸਤਾ। ਅੱਜ ਅਸੀਂ ਐਪੀਸੋਡ ਦੇ ਵਿੱਚ ਹਰਵਿੰਦਰ ਭਾਜੀ ਦੇ ਨਾਲ ਇਹ ਗੱਲ ਕਰਾਂਗੇ ਕਿ ਇਸ ਹਿਸਾਬ ਦੇ ਨਾਲ ਸਿਰਫ ਇੰਡੀਆ ਨਹੀਂ, ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਲੱਖਾਂ ਰੁਪਈਏ ਖਰਚ ਕੇ ਕਰੰਸੀ ਦੇ ਹਿਸਾਬ ਦੇ ਨਾਲ ਇਟਲੀ ਦੇ ਵਿੱਚ, ਯੂਰਪ ਦੇ ਵਿੱਚ, ਦੁਨੀਆ ਦੀ ਕਿਸੇ ਹੋਰ ਕੰਟਰੀ ਦੇ ਵਿੱਚ ਚੱਲ ਤਾਂ ਜ਼ਰੂਰ ਜਾਂਦੇ ਹਾਂ, ਪਰ ਸਾਡੀ ਮੇਨ ਪ੍ਰੋਬਲਮ ਜਿਹੜੀ ਹੁੰਦੀ ਆ, ਜਿਹੜਾ ਵੀ ਬੰਦਾ ਇੱਕ ਵਧੀਆ ਭਵਿੱਖ ਦੇ ਲਈ ਮੂਵ ਹੁੰਦਾ, ਕਿ ਜਾਣਕਾਰੀ ਘੱਟ ਲਈ ਜਾਂਦੀ ਹੈ। ਹੁਣ ਜੇ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ, ਇੰਡੀਆ ਦੇ ਵਿੱਚ ਜੇ ਅਸੀਂ ਦੇਖੀਏ, ਇੰਡੀਆ ਤੋਂ ਇਟਲੀ ਦੇ ਵਿੱਚ ਸਟੂਡੈਂਟ ਬੇਸ 'ਤੇ ਆ ਰਹੇ ਨੇ। ਸਾਊਥ ਇੰਡੀਆ ਤੋਂ, ਕੇਰਲਾ ਤੋਂ, ਮਹਾਰਾਸ਼ਟਰ ਤੋਂ ਬਹੁਤ ਸਟੂਡੈਂਟ ਆਉਂਦੇ ਨੇ ਅਤੇ ਬਿਨਾਂ ਉਹਨਾਂ ਨੂੰ ਰੋਕੇ ਟੋਕੇ ਵੀਜ਼ੇ ਮਿਲ ਜਾਂਦੇ ਆ। ਉਹੀ ਜੇਕਰ ਪੰਜਾਬ ਤੋਂ ਵੀਜ਼ਾ ਅਪਲਾਈ ਕੀਤਾ ਜਾਵੇ ਇਟਲੀ ਦਾ, ਤਾਂ ਦੱਸਿਆ ਜਾ ਰਿਹਾ ਕਿ 80 ਤੋਂ 90% ਜਿਹੜੇ ਇਹ ਵੀਜ਼ੇ ਕੈਂਸਲ ਹੋ ਜਾਂਦੇ ਆ। ਅਸਲ 'ਚ ਇਹ ਜਿਹੜੇ ਵੀਜ਼ੇ ਆ ਕੈਂਸਲ ਹੋਣ ਦਾ ਕਾਰਨ ਕੀ ਆ? ਅਸੀਂ ਜੇਕਰ ਪੰਜਾਬ ਦੇ ਵਿੱਚ, ਇੰਡੀਆ 'ਚ ਕਿਤੇ ਵੀ ਆ, ਤਾਂ ਸਟੱਡੀ ਬੇਸ 'ਤੇ ਇਟਲੀ ਦੇ ਵਿੱਚ ਕਿੱਦਾਂ ਆ ਸਕਦੇ ਆ? ਇਹ ਨਹੀਂ, ਅੱਛਾ, ਇਹਦੇ ਵਿੱਚ ਤੁਹਾਨੂੰ ਜੁਗਾੜ ਨਹੀਂ, ਤੁਹਾਨੂੰ ਮਾਧਿਅਮ, ਪਲੇਟਫਾਰਮ ਦੱਸਣਾ ਆ। ਇਹ ਨਹੀਂ ਦੱਸਣਾ ਕਿ ਤੁਸੀਂ ਕਿੱਦਾਂ ਜੁਗਾੜ ਲਾਣੇ ਆ। ਇਹਦੇ ਵਿੱਚ ਤੁਹਾਨੂੰ ਜ਼ਰੀਆ ਦੱਸਿਆ ਜਾਣਾ ਜਿਸ ਦੇ ਨਾਲ ਤੁਸੀਂ ਆ ਸਕਦੇ ਆ। ਕਿਸ ਤਰ੍ਹਾਂ 10-10, 20-20 ਲੱਖ ਲਾ ਕੇ ਇਟਲੀ ਦੇ ਵਿੱਚ ਆਈਦਾ ਅਤੇ ਕਰਜ਼ਾਈ ਹੁੰਦੇ ਰਹੀਦਾ। ਇਟਲੀ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਹੁੰਦੇ ਨੇ ਜਿਨ੍ਹਾਂ ਦਾ ਹਿੱਸਾ ਬਣ ਸਕਦੇ ਆ, ਜਿਨ੍ਹਾਂ ਦੇ ਨਾਲ ਰੋਟੀ, ਕੱਪੜਾ, ਪਾਣੀ, ਜਿਹੜਾ ਸਾਰਾ ਕੁਛ ਫ੍ਰੀ ਮਿਲ ਸਕਦਾ। ਮੇਨ ਪ੍ਰੋਬਲਮ ਕੀ ਆਉਂਦੀ ਹੈ ਵੀਜ਼ਾ ਰਿਫਿਊਜ਼ਲ ਦੇ ਵਿੱਚ? ਕਿਉਂ ਵੀਜ਼ਾ ਰਿਫਿਊਜ਼ ਹੁੰਦਾ ਇਟਲੀ ਦੇ ਵਿੱਚ? ਕਿਹੜੇ ਕੋਰਸ ਆ ਜਿਹੜੇ ਇੰਗਲਿਸ਼ ਦੇ ਵਿੱਚ ਹੋ ਸਕਦੇ ਆ? ਇੰਡੀਆ ਤੋਂ ਰਹਿ ਕੇ, ਪੰਜਾਬ ਤੋਂ ਰਹਿ ਕੇ, ਕਿਸੇ ਹੋਰ ਕੰਟਰੀ ਤੋਂ ਰਹਿ ਕੇ ਇਟਲੀ ਦੇ ਵਿੱਚ ਐਂਟਰ ਹੋਣ ਦੇ ਲਈ ਸਟੱਡੀ ਬੇਸ 'ਤੇ ਕਿਹੜੀਆਂ ਗੱਲਾਂ ਹੋ ਸਕਦੀਆਂ? ਅਤੇ ਹੋਰ ਵੀ ਬਹੁਤ ਸਾਰੀਆਂ ਜਾਣਕਾਰੀ ਦੀਆਂ ਇਨਫੋਰਮੇਸ਼ਨਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅੱਜ ਦਾ ਐਪੀਸੋਡ ਜਿਹੜਾ ਪੂਰਾ ਜ਼ਰੂਰ ਸੁਣਿਓ। ਗੱਲ ਕਰਦੇ ਹਾਂ ਆਪਾਂ ਕਪਿਲ ਭਾਜੀ ਨਾਲ। ਸਤਿ ਸ਼੍ਰੀ ਅਕਾਲ ਹਰਵਿੰਦਰ ਭਾਜੀ, ਜਿਨ੍ਹਾਂ ਦਾ ਛੋਟਾ ਨਾਮ ਕਪਿਲ ਵੀ ਆ। ਤੁਹਾਡਾ ਚੈਨਲ ਇਟਾ ਪੰਜਾਬੀ 'ਤੇ ਸਵਾਗਤ ਹੈ ਜੀ। ਤੁਸੀਂ ਸਾਂਝਾ ਕਰੋ ਜੀ ਸਾਡੇ ਨਾਲ, ਅਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ। ਅਤੇ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਹ ਜ਼ਰੂਰੀ ਜਿਹੜੀ ਜਾਣਕਾਰੀ ਆ ਸਾਂਝੀ ਕਰਨ ਜਾ ਰਹੇ ਹੋ। ਸਤਿ ਸ੍ਰੀ ਅਕਾਲ ਸਭ ਨੂੰ, ਨਮਸਤੇ, ਸਲਾਮ ਤੇ ਚਾਓ। ਅੱਜ ਮੈਂ ਇੱਕ ਦੋ ਗੱਲਾਂ ਕਰਨਾ ਚਾਹੁੰਦਾ ਸੀ ਜੋ ਕਿ ਮੈਂ ਕੁਝ ਪਿਛਲੇ ਟਾਈਮ ਤੋਂ ਦੇਖ ਰਿਹਾ। ਪਹਿਲੀ ਗੱਲ ਤੇ ਹੈ ਕਿ ਜਿਹੜੇ ਸਾਡੇ ਇੰਡੀਆ ਤੋਂ, ਨਾਰਥ ਇੰਡੀਆ ਤੋਂ, ਪੰਜਾਬ ਤੋਂ ਮੁੰਡੇ ਆਉਂਦੇ ਨੇ ਇਟਲੀ ਦੇ ਵਿੱਚ, ਮੈਂ ਦੇਖਿਆ ਕਿ ਸਾਡੀ ਜੋ ਕਲਚਰਲ ਹੈਬਿਟ ਹੈਗੀ ਆ, ਉਹ ਇਹ ਹੈਗੀ ਹੈ ਕਿ ਅਸੀਂ ਅਗਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਘੁੰਮਣ ਫਿਰਨ ਜਾਣਾ ਹੈ ਤੇ ਅਸੀਂ ਉਸ ਦੂਜੇ ਸ਼ਹਿਰ ਦੇ ਬਾਰੇ ਬਿਨਾਂ ਜਾਣਕਾਰੀ ਦੇ ਚਲੇ ਜਾਂਦੇ ਹਾਂ ਤੇ ਕਹਿੰਦੇ ਕਿ ਉੱਥੇ ਜਾ ਕੇ ਦੇਖਾਂਗੇ, ਉੱਥੇ ਦੇਖਣ ਵਾਸਤੇ ਕੀ ਹੈ ਤੇ ਕੀ ਨਹੀਂ ਹੈਗਾ। ਔਰ ਐਸੀ ਆਦਤ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਇਟਲੀ ਭੇਜ ਦਿੰਦੇ ਹਾਂ, ਆਪਣੇ ਬੱਚਿਆਂ ਨੂੰ ਭੇਜ ਦਿੰਦੇ ਹਾਂ, ਆਪ ਆ ਜਾਂਦੇ ਹਾਂ। ਸਾਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ ਹੁੰਦਾ ਕਿ ਇੱਥੇ ਕੀ ਹਾਲਾਤ ਨੇ, ਇੱਥੇ ਦੀ ਜ਼ਿੰਦਗੀ ਕੀ ਹੈ, ਇੱਥੇ ਦੀ ਬੋਲੀ ਕੀ ਹੈ। ਔਰ ਅਸੀਂ ਆਪਣੇ ਬੱਚਿਆਂ ਤੇ ਜਾਂ ਆਪਣੇ ਉੱਪਰ 15-15 ਲੱਖ ਰੁਪਏ ਦਾ ਕਰਜ਼ਾ ਲੈ ਕੇ ਜਾਂ ਇਕੱਠਾ ਕਰਕੇ ਇੱਥੇ ਭੇਜ ਦਿੰਦੇ ਹਾਂ। ਮੈਂ ਪਿਛਲੇ 2 ਸਾਲ ਇੱਕ ਇਟਾਲੀਅਨ ਤੇ ਯੂਰੋਪੀਅਨ ਯੂਨੀਅਨ ਦਾ ਪ੍ਰੋਜੈਕਟ ਹੈਗਾ ਸੀ, ਉਹਦੇ ਅੰਦਰ ਕੰਮ ਕੀਤਾ। ਉਸ ਕੰਮ ਦੇ ਵਿੱਚ ਮੈਨੂੰ ਬਹੁਤ ਲੋਕਾਂ ਨਾਲ ਗੱਲ ਕਰਨ ਨੂੰ ਮਿਲੀ। ਸਭ ਤੋਂ ਛੋਟੀ ਉਮਰ ਦਾ ਮੁੰਡਾ ਜਿਹੜਾ ਇੰਡੀਅਨ ਸੀ, ਉਹ 19 ਸਾਲ ਦਾ ਮੁੰਡਾ ਪੰਜਾਬ ਦਾ, ਜਿਹਦੇ ਨਾਲ ਮੇਰੀ ਗੱਲ ਹੋਈ। ਤੇ ਸਿਚੁਏਸ਼ਨ ਉਹ ਵੀ ਹੁੰਦੀ ਵੀ ਇਹੀ ਸੀ ਕਿ ਲੋਨ ਚੜਿਆ ਸੀ ਉੱਪਰ, ਉਹਨੂੰ ਇੱਥੇ ਬਾਰੇ ਕੁਝ ਪਤਾ ਨਹੀਂ ਹੈ। ਅਗਰ ਅਸੀਂ ਉਹਨੂੰ ਇਹ ਵੀ ਕਹੀਏ ਵੀ ਤੁਸੀਂ ਆ ਕੇ ਇੱਕ ਸਰਕਾਰੀ ਪ੍ਰੋਜੈਕਟ ਤੇ ਤੁਹਾਨੂੰ ਰਹਿਣ ਵਾਸਤੇ ਜਗ੍ਹਾ ਦਿੰਦੇ ਹਾਂ, ਤੁਹਾਨੂੰ ਲੈਂਗੁਏਜ ਸਿਖਾਵਾਂਗੇ, ਉਹਦੇ ਵਿੱਚ ਵੀ ਮੁੰਡਾ ਆਉਣ ਨੂੰ ਤਿਆਰ ਨਹੀਂ ਸੀ, ਕਿਉਂਕਿ ਉਹ ਕਹਿੰਦਾ ਜੀ ਮੈਂ ਦਿਹਾੜੀ ਕਰਕੇ ਘਰ ਪੈਸੇ ਭੇਜਣੇ ਤੇ ਮੈਂ ਆਪਣੇ ਉੱਪਰ ਇਨਵੈਸਟਮੈਂਟ ਨਹੀਂ ਕਰ ਸਕਦਾ, ਮਤਲਬ ਕਿ ਮੈਂ ਆਪਣੇ ਆਪ ਨੂੰ ਟਾਈਮ ਨਹੀਂ ਦੇ ਸਕਦਾ। ਤੇ ਗੱਲ ਮੈਂ ਕਹਿਣਾ ਚਾਹੁੰਦਾ ਕਿ ਅਸੀਂ 15-15 ਲੱਖ ਰੁਪਏ ਖਰਚਾ ਕਰਕੇ ਆ ਜਾਂਦੇ ਹਾਂ ਇਟਲੀ ਦੇ ਵਿੱਚ ਜਾਂ ਯੂਰਪ ਵਿੱਚ ਕਿਤੇ ਹੋਰ, ਔਰ ਸਾਨੂੰ ਇੱਥੇ ਕੰਮ ਨਹੀਂ ਮਿਲ ਪਾਉਂਦਾ। ਹੁਣ ਸਖਤੀ ਜ਼ਿਆਦਾ ਹੋ ਗਈ ਹੈ, ਕਿਉਂਕਿ ਸਖਤੀ ਹੋਣੀ ਹੀ ਸੀ ਅੱਜ ਨਹੀਂ ਤੇ ਕੱਲ, ਤੇ ਲੋਕੀ ਬਿਨਾਂ ਪੇਪਰਾਂ ਦੇ ਬੰਦੇ ਨੂੰ ਕੰਮ ਤੇ ਵੀ ਨਹੀਂ ਰੱਖਦੇ। ਹੁਣ ਤੁਸੀਂ ਕੰਮ ਨਹੀਂ ਕਰੋਗੇ ਤੇ ਆਪਣੇ ਕਰਜ਼ੇ 'ਚ ਹੋਰ ਡੁੱਬੀ ਜਾਓਗੇ, ਖਰਚਾ ਕਿਵੇਂ ਚੱਲੇਗਾ? ਔਰ ਕੁਛ ਇੱਕ ਮੁੰਡੇ ਅਗਰ ਫੈਮਿਲੀ ਵਿੱਚ ਆਪਣੀ ਇੰਡੀਆ ਗੱਲ ਵੀ ਕਰਦੇ ਨੇ ਵੀ ਇੱਥੇ ਸਿਚੁਏਸ਼ਨ ਇਹ ਹੈਗੀ ਹੈ, ਤੇ ਹੁਣ ਘਰ ਵਾਲੇ ਕਹਿੰਦੇ ਨੇ ਕਿ ਪੈਸਾ ਲਾਇਆ ਤੂੰ ਉੱਥੇ ਰਹਿ, ਦੇਖ ਕੀ ਹੁੰਦਾ ਕੀ ਨਹੀਂ ਹੁੰਦਾ, ਉਹ ਵੀ ਗੱਲ ਸਮਝ ਆਉਂਦੀ ਹੈ, ਮੈਂ ਠੀਕ ਹੈ। ਪਰ ਫਿਰ ਸਿਚੁਏਸ਼ਨ ਇਹ ਵੀ ਦੇਖੀ ਹੈ ਮੈਂ, ਕਈ ਮੁੰਡੇ ਇਸ ਸਿਚੁਏਸ਼ਨ ਨੂੰ ਨਹੀਂ ਝੇਲ ਪਾਉਂਦੇ, ਕਿਉਂਕਿ ਉੱਥੇ ਇੰਡੀਆ ਵਿੱਚ ਤੇ ਘਰ ਬੈਠੇ ਸੀ, ਭਾਵੇਂ ਘਰ ਵਾਲੇ ਤਾਨੇ ਦਿੰਦੇ ਹੋਣਗੇ ਵੀ ਤੂੰ ਕੰਮ ਨਹੀਂ ਕਰਦਾ, ਨਹੀਂ ਕਰਦਾ ਕੁਝ ਕਰ, ਪਰ ਘੱਟ ਤੋਂ ਘੱਟ ਘਰ ਤੇ ਬੈਠੇ ਸੀ।
ਇੱਥੇ ਮੁੰਡੇ ਆ ਗਏ ਨੇ, ਕਈਆਂ ਨੇ ਸੁਸਾਈਡ ਕੀਤੀ, ਜਿਨ੍ਹਾਂ ਕੋਲ ਨਹੀਂ ਝੇਲਿਆ ਗਿਆ ਮਤਲਬ ਜਿਹੜਾ ਡਿਫਿਕਲਟੀ ਹੈ ਇੱਥੇ, ਜਾਂ ਜੋ ਪ੍ਰੈਸ਼ਰ ਪੈਂਦਾ ਇੱਥੇ। ਔਰ ਕਈ ਮੁੰਡੇ ਡਰੱਗਸ ਦੇ ਵਿੱਚ ਪੈ ਗਏ ਨੇ, ਬਹੁਤ ਸਾਰੇ ਮੁੰਡੇ ਡਰੱਗਸ ਪੈ ਗਏ ਨੇ। ਕੋਈ 2 ਹਫ਼ਤੇ ਦੀ ਪਹਿਲੇ ਦੀ ਗੱਲ ਹੈ, ਇੱਕ ਮੈਂ ਕੁਝ ਆਪਣੇ ਕੰਮ ਵਾਸਤੇ ਗਿਆ ਸੀ ਰੋਮ ਦੇ ਵਿੱਚ, ਇੱਕ ਸ਼ਹਿਰ ਦੇ ਮੁਹੱਲੇ ਦੇ ਵਿੱਚ, ਤੇ ਇੱਕ ਮੁੰਡਾ ਜੋ ਕਿ ਕੁਝ ਟਾਈਮ ਪਹਿਲਾਂ ਉਹਨੂੰ ਮੈਂ ਦੇਖਿਆ ਸੀ, ਮਿਲਿਆ ਸੀ, ਤੇ ਉਦੋਂ ਵੀ ਉਹ ਡਰੱਗਸ ਦਾ ਸ਼ਿਕਾਰ ਸੀ। ਤੇ ਉਹਨੂੰ ਕਿਸੇ ਸੰਸਥਾ ਕੋਲ ਲੈ ਕੇ ਗਿਆ ਵੀ ਇਹਨੂੰ ਦੇਖੋ ਜਰਾ, ਤੇ ਇਹਦਾ ਇਲਾਜ ਕਰੋ। ਹੁਣ ਇਲਾਜ ਤਾਂ ਹੀ ਹੋਵੇਗਾ ਜੇ ਬੰਦਾ ਆਪ ਹੀ ਉਦਮ ਕਰੇਗਾ ਵੀ ਮੈਂ ਵੀ ਠੀਕ ਹੈ, ਮੈਂ ਆਪਣਾ ਇਲਾਜ ਕਰਨਾ ਚਾਹੁੰਦਾ। ਬਿਨਾਂ ਪੇਪਰਾਂ ਦੇ ਪਿਛਲੇ 2020 ਪੇਪਰ ਖੁੱਲੇ ਸੀ, ਉਹਨਾਂ ਨੇ ਪੇਪਰ ਭਰੇ, ਉਹ 'ਚ ਵੀ ਕਿਸੇ ਨੇ ਉਹਨੂੰ ਬੇਵਕੂਫ ਬਣਾਇਆ। ਘਰ ਵਾਲਾ ਹੋਰ ਕਰਜ਼ੇ ਚੜ੍ਹ ਗਿਆ, ਘਰ ਵਾਲੇ ਉੱਪਰ ਹੋਰ ਕਰਜ਼ੇ ਚੜ੍ਹ ਗਿਆ। ਤੇ ਜੋ ਸਿਚੁਏਸ਼ਨ ਹੈਗੀ ਹੈ ਕਿ ਅਸੀਂ ਉੱਥੋਂ ਆਈ ਜਾ ਰਹੇ ਹਾਂ ਬਿਨਾਂ ਇੱਥੇ ਦੀ ਜਾਣਕਾਰੀ ਦੇ, ਔਰ ਪੈਸਾ ਉਡਾਈ ਜਾ ਰਹੇ ਹਾਂ। ਇੱਕ ਚੀਜ਼ ਮੈਂ ਨੋਟਿਸ ਕੀਤੀ, ਉਹਨਾਂ ਦਾ ਹੱਲ ਕੀ ਹੈ ਇਹ ਮੈਂ ਨਹੀਂ ਦੱਸ ਸਕਦਾ। ਤੁਸੀਂ ਜਿਹੜੀ ਸਿਚੁਏਸ਼ਨ ਤੋਂ ਆਉਂਦੇ ਹੋ ਉਹ ਸਿਚੁਏਸ਼ਨ ਨੂੰ ਤੁਸੀਂ ਜਾਣਦੇ ਹੋ, ਜਿਹੜੀ ਸਿਚੁਏਸ਼ਨ ਵਿੱਚ ਜਾ ਰਹੇ ਹੋ ਘੱਟ ਤੋਂ ਘੱਟ ਉਹਦੇ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰੋ। ਮਤਲਬ ਮੇਰਾ ਕਹਿਣ ਦਾ ਮਕਸਦ ਬੇਸਿਕਲੀ ਹੈ। ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਇੱਕ ਟੋਕਣਾ ਨਹੀਂ, ਇੱਕ ਨੋਰਮਲ ਅਸੀਂ ਗੱਲ ਕਰਨਾ ਚਾਹਾਂਗੇ ਕਿ ਇਸ ਚੀਜ਼ ਨੂੰ ਚਲੋ ਰੋਕਣਾ ਤੇ ਨਹੀਂ, ਹਰ ਇੱਕ ਆਪਣਾ ਬੰਦਾ ਕਿਸਮਤ ਨੂੰ ਦੇਖ ਰਿਹਾ ਕਿ ਮੈਂ ਕਿਸੇ ਵੀ ਤਰ੍ਹਾਂ ਆਪਣੀ ਕਿਸਮਤ ਨੂੰ ਬਦਲਾਂ ਜਾਂ ਫਿਰ ਇੱਕ ਵਧੀਆ ਹਾਲ ਦੇ ਵਿੱਚ ਵਧੀਆ ਸਿਚੁਏਸ਼ਨ 'ਚ ਜਾਈਏ। ਤੇ ਹੁਣ ਇਸ ਚੀਜ਼ ਨੂੰ ਰੋਕਿਆ ਨਹੀਂ, ਇਸ ਚੀਜ਼ ਨੂੰ ਸੁਧਾਰਿਆ ਕਿੱਦਾਂ ਜਾ ਸਕਦਾ? ਕਿਉਂਕਿ ਜ਼ਿਆਦਾਤਰ ਕੀ ਹੁੰਦਾ, ਜੇਕਰ ਕਿਸੇ ਨੂੰ ਇਹ ਦੱਸਿਆ ਜਾਵੇ ਕਿ ਤੁਸੀਂ ਸਟੱਡੀ ਬੇਸ 'ਤੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਇਟਲੀ ਦੇ ਵਿੱਚ ਆ ਸਕਦੇ ਆ, ਸਭ ਤੋਂ ਪਹਿਲਾਂ ਸਵਾਲ ਕੀ ਹੁੰਦਾ ਜੀ ਕਿ ਕੋਈ ਜੁਗਾੜ ਦੱਸੋ ਸਟੱਡੀ ਬੇਸ ਦਾ, ਕਿ ਮੈਨੂੰ 5 ਸਾਲ ਹੋ ਗਏ ਛੱਡੇ ਨੂੰ, ਮੈਨੂੰ 7 ਸਾਲ ਹੋ ਗਏ ਛੱਡੇ ਨੂੰ, ਜਾਂ ਫਿਰ ਮੈਂ ਥੋੜ੍ਹੇ ਟਾਈਮ ਤੋਂ ਹਾਂ। ਸਾਡੇ ਵਿੱਚ ਸਭ ਤੋਂ ਪਹਿਲੀ ਜਿਹੜੀ ਗੱਲ ਆਉਂਦੀ ਹੈ, ਜੇਕਰ ਅਸੀਂ ਇੱਦਾਂ ਵੀ ਕਹੀਏ ਕਿ ਇਟਾਲੀਅਨ ਨੈਸ਼ਨਲਿਟੀ ਬੇਸ 'ਤੇ ਅਸੀਂ ਆਪਣਾ ਅਡੋਪਸ਼ਨ ਦੇ ਤੌਰ 'ਤੇ, ਜਿੱਦਾਂ ਕਿ ਕੁਛ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਕਿ ਉਹਦੇ 'ਤੇ ਇਟਲੀ 'ਚ ਬੁਲਾਇਆ ਜਾ ਸਕਦਾ ਜੇਕਰ ਅਡੋਪਟ ਕੀਤਾ ਹੋਵੇ, ਚਾਹੇ ਕੋਈ ਵੀ ਬੱਚਾ ਹੋਵੇ, ਚਾਹੇ ਰਿਸ਼ਤੇਦਾਰ ਦਾ ਹੋਵੇ। ਹੁਣ ਉਹਦੇ ਵਿੱਚ ਵੀ ਸਭ ਤੋਂ ਪਹਿਲੀ ਗੱਲ ਸਾਰਿਆਂ ਦੇ ਦਿਮਾਗ 'ਚ ਇਹ ਆਈ ਕਿ ਸ਼ਾਇਦ ਕੋਈ ਹੱਥ ਘੁੰਡੀ ਲੱਗ ਗਈ ਜਾਂ ਕੋਈ ਸਕੀਮ ਲੱਗ ਗਈ ਜਿਹਦੇ ਨਾਲ ਅਸੀਂ ਬੰਦਿਆਂ ਨੂੰ ਬਚਾਈਏ। ਕਿਉਂ ਜਿੱਥੇ ਜ਼ਿਆਦਾਤਰ ਸਾਡੀ ਇੱਕ ਸੋਚ ਵੀ ਇਹੀ ਬਣਦੀ ਜਾ ਰਹੀ ਆ ਕਿ ਸਾਨੂੰ ਜੁਗਾੜ ਦੀ ਲੋੜ ਆ, ਸਾਨੂੰ ਸਿਸਟਮ ਦੀ ਲੋੜ ਨਹੀਂ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹਦੇ ਬਾਰੇ ਇਹ ਕਹਿਣਾ ਚਾਹੁੰਦਾ ਕਿ ਜੁਗਾੜ ਕਦੀ ਸਿੱਧੇ ਨਹੀਂ ਬਣਦੇ ਹੁੰਦੇ। ਫਿਰ ਬੇਸਿਕਲੀ ਕੀ ਹੈ ਕਿ ਅਗਰ ਤੁਸੀਂ ਰੋਮ ਕੀ ਕਹਿ ਰਿਹਾ, ਇਟਲੀ ਦੀ ਕਿਹੜੀ ਵੀ ਯੂਨੀਵਰਸਿਟੀ ਵਿੱਚ ਜਾਓ, ਇਸ ਟਾਈਮ ਉੱਥੇ ਸਾਊਥ ਇੰਡੀਆ ਤੋਂ ਆਪਣੇ ਬੱਚੇ ਨੂੰ ਵੀ, ਸਾਊਥ ਇੰਡੀਆ ਤੋਂ, ਮਹਾਰਾਸ਼ਟਰ ਤੋਂ, ਕਰਨਾਟਕਾ ਤੋਂ, ਤਮਿਲਨਾਡੂ ਤੋਂ, ਆਂਧਰਾ ਪ੍ਰਦੇਸ਼ ਤੋਂ ਬੜੇ ਬੱਚੇ ਨੇ, ਸਾਰੇ ਬੱਚੇ ਇੱਥੇ ਪੜ੍ਹਾਈ ਕਰਦੇ ਪਏ ਨੇ। ਹਾਂਜੀ, ਠੀਕ ਹੈ ਨਾ। ਹੁਣ ਉਹਦੇ ਵਿੱਚ ਕੀ ਹੈ ਕਿ ਉਹ ਵਾਕਈ ਪੜ੍ਹਾਈ ਕਰਨ ਆਏ ਨੇ, ਭਾਵੇਂ ਉਹ ਪੜ੍ਹਾਈ ਦੇ ਬੇਸ ਦੇ ਨਾਲ ਫਿਰ ਕੁਝ ਇੱਥੇ ਜੌਬ ਵੀ ਕਰਦੇ ਪਏ ਨੇ। ਸਾਰੇ ਹੁਣ ਰੋਮ ਦੇ ਸਾਰੇ ਰਾਈਡਰ ਜਿਹੜੇ ਨੇ, ਰਾਈਡਰ ਬੱਚੇ, ਉਹ ਸਾਰੇ ਰਾਈਡਰ ਇੰਡੀਅਨ ਨੇ ਜ਼ਿਆਦਾਤਰ। ਅੱਛਾ ਜੀ। ਜਿਹੜੇ ਮਤਲਬ ਫੂਡ ਡਿਲੀਵਰੀ ਦਾ ਕੰਮ ਕਰਦੇ ਪਏ ਨੇ, ਉਹ ਜ਼ਿਆਦਾਤਰ ਇਸ ਟਾਈਮ ਸਾਰੇ ਇੰਡੀਅਨ ਸਟੂਡੈਂਟਸ ਹੈਗੇ। ਹੁਣ ਤੇ ਇਹ ਨਹੀਂ ਕਿ ਜ਼ਿਆਦਾਤਰ ਜਿਹੜਾ ਸਾਰੇ ਮੋਸਟਲੀ ਬੱਚੇ ਜਿੱਦਾਂ ਤੁਸੀਂ ਦੱਸਿਆ ਕਿ ਸਾਊਥ ਇੰਡੀਅਨ ਨੇ, ਆਪਣੇ ਨਾਰਥ ਵਾਲੇ ਬਹੁਤ ਘੱਟ ਹੋ ਸਕਦੇ ਜਿਹੜੇ ਸਿਰਫ ਸਟੱਡੀ ਬੇਸ 'ਤੇ ਆਏ ਹੋਣ, ਇਹੀ ਕਹਿਣਾ ਚਾਹੁੰਦੇ ਹੋ ਤੁਸੀਂ? ਹਾਂ, ਹੁਣ ਉਹਦੇ ਵਿੱਚ ਕੀ ਹੈ ਕਿ ਮੇਰੀ ਗੱਲ ਹੋਈ ਸੀ ਇੱਕ ਅਫਸਰ ਦੇ ਨਾਲ VFS ਦੇ ਵਿੱਚ ਕੁਝ ਇੱਕ ਸਾਲ ਪਹਿਲਾਂ। ਉਹ ਕਹਿੰਦਾ ਪੰਜਾਬ ਤੋਂ 95% ਬੱਚਾ ਜਿਹੜਾ ਅਪਲਾਈ ਕਰਦਾ ਹੈ ਸਟੂਡੈਂਟ ਵੀਜ਼ੇ ਵਾਸਤੇ, ਹਾਂਜੀ, ਉਹਨੂੰ ਇੰਗਲਿਸ਼ ਤੇ ਗੱਲ ਕਰਨੀ ਆਉਂਦੀ ਨਹੀਂ। ਹਾਂਜੀ। ਤੇ ਅਸੀਂ ਉਹਨਾਂ 2 ਕੁਐਸਚਨ ਕਰੀਦੇ ਨੇ, ਉਹਨਾਂ ਗੱਲ ਹੁੰਦੀ ਨਹੀਂ ਹੈ, ਤੇ ਅਸੀਂ ਉਹਨੂੰ ਵੀਜ਼ਾ ਦੇ ਦੇਣੀ ਹੈ ਪੜ੍ਹਾਈ ਵਾਸਤੇ। ਨਹੀਂ, ਇੰਗਲਿਸ਼ ਕਿ ਇਟਾਲੀਅਨ, ਸੌਰੀ ਮੈਂ ਕਿਉਂਕਿ ਆਪਣੇ ਤਕਰੀਬਨ ਪੰਜਾਬ ਦੇ ਵਿੱਚ ਜੇ ਦੇਖੀਏ, ਹਰ ਸ਼ਹਿਰ, ਹਰ ਪਿੰਡ ਦੇ ਵਿੱਚ, ਤਕਰੀਬਨ ਹਰ ਪਰਿਵਾਰ ਦੇ ਵਿੱਚ ਆਈਲੈਟਸ ਲੋਕਾਂ ਨੇ ਹੁਣ ਕੀਤੀ ਹੋਈ ਆ। ਪਰ ਇਸ ਹਿਸਾਬ ਦੇ ਨਾਲ ਕਿੱਦਾਂ ਕਹਿ ਸਕਦੇ ਆਈਲੈਟਸ ਵਾਲੇ ਨੇ ਨਾ, ਹਾਂਜੀ, ਉਹ ਇਟਲੀ ਆਉਣ ਦੇ ਬਾਰੇ ਨਹੀਂ ਸੋਚਦੇ। ਹਾਂ, ਇਹ ਵੀ ਗੱਲ ਹੈਗੀ ਆ। ਹਾਂ, ਠੀਕ ਹੈ ਨਾ। ਹਾਂਜੀ। ਜਿਹੜੇ ਇਟਲੀ ਆਉਣਾ ਚਾਹੁੰਦੇ ਨੇ, ਉਹ ਤੇ ਸਿਰਫ ਸੋਚਦੇ ਵੀ ਉੱਥੇ ਲਤੀਨਾ ਦਾ ਖੇਤੀ ਕਰਨੀ ਹੈ। ਜਾਣੀ ਇੱਕ ਸੋਚ ਗਲਤ ਨਹੀਂ ਅਸੀਂ ਕਹਿਣਾ ਚਾਹੁੰਦੇ, ਇੱਕ ਸੋਚ ਸਾਡੀ ਪਹਿਲਾਂ ਹੀ ਉਹ ਗੁਲਾਮੀ ਵਾਲੀ, ਤੁਸੀਂ ਕਹਿ ਸਕਦੇ ਹੋ। ਉੱਥੇ ਜਾ ਕੇ ਅਸੀਂ ਆਪਣਾ ਕੰਮ ਹੀ ਕਰਨਾ, ਚਲੋ ਕਿਰਤ ਅਸੀਂ ਕਹਿ ਸਕਦੇ ਹਾਂ, ਪਰ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ। ਅੱਜ ਰੋਮ ਦੇ ਨਗਰ ਕੀਰਤਨ ਸੀ, ਠੀਕ ਹੈ ਜੀ। ਹਾਂਜੀ। ਤੇ ਮੈਂ ਉੱਥੇ ਗਿਆ ਸੀ, ਕੁਛ ਇੱਕ ਪੋਲੀਟੀਸ਼ੀਅਨ ਬੁਲਾਏ ਹੋਏ ਸੀ ਆਪਣੇ ਜਾਮ ਚੰਦ ਦੇ। ਤੇ ਪਰ ਮੇਰੀ ਆਦਤ ਹੈ ਕਿ ਜਿੱਥੇ ਮੈਂ ਜਵਾਨ ਮੁੰਡੇ ਦੇਖਣਾ ਆਪਣੇ, ਹਾਂਜੀ, ਉੱਥੇ ਮੈਂ 2 ਮਿੰਟ ਰੁਕ ਕੇ ਗੱਲ ਜ਼ਰੂਰ ਕਰਨਾ। ਅੱਜ ਇੱਕ ਮੁੰਡੇ ਨਾਲ ਗੱਲ ਹੋਈ, ਅੰਮ੍ਰਿਤਸਰ ਤੋਂ ਆਇਆ ਡਾਂਕੀ ਲਾ ਕੇ। ਅੱਛਾ ਜੀ। ਠੀਕ ਹੈ ਜੀ, ਹੋਏਗੀ 20-22 ਸਾਲ ਉਮਰ। ਹਾਂਜੀ, ਮੈਂ ਕਿਹਾ ਵੀ ਕਾਕਾ ਤੂੰ ਆ ਤੇ ਗਿਆ, ਹੁਣ ਤੈਨੂੰ ਉੱਥੇ ਬਾਰੇ ਕੀ ਪਤਾ? ਹਾਂਜੀ, ਕਹਿੰਦਾ ਜੀ ਕੁਛ ਨਹੀਂ ਪਤਾ। ਪੰਜਾਬੀ ਦੇ ਨਾਲ ਰਹਿਣਾ, ਪੰਜਾਬੀ ਦੇ ਨਾਲ ਕੰਮ ਕਰਨਾ, ਬੋਲੀ ਮੈਨੂੰ ਆਉਂਦੀ ਨਹੀਂ। ਹਾਂਜੀ। ਪਹਿਲਾਂ ਗੱਲ ਤੇ ਮੈਨੂੰ ਵੀ ਸ਼ੱਕ ਨਾਲ ਦੇਖਿਆ ਕਿ ਏਜੰਟ ਤੇ ਨਹੀਂ ਹੈਗਾ। ਨੋਰਮਲ ਜੀ ਗੱਲ ਹੈ ਵੀ ਬੰਦਾ ਸਵਾਲ ਇਦਾਂ ਦੇ ਪੁੱਛਦਾ। ਹਾਂਜੀ। ਹਾਂ, ਤੇ ਫਿਰ ਉਹਨੂੰ ਮੈਂ ਕਿਹਾ ਵੀ ਦੇਖ, ਕਹਿੰਦਾ ਮੈਂ ਇੱਥੇ ਪੜ੍ਹਾਈ, ਮੈਂ ਕਿਹਾ ਪੜ੍ਹਾਈ ਫ੍ਰੀ ਹੁੰਦੀ ਹੈ, ਤੂੰ ਪਿੱਛੇ ਪੜ੍ਹਾਈ ਕੀ ਨਹੀਂ ਕੀਤੀ ਹੈ? ਹਾਂਜੀ। 10+2 ਕੀਤੀ ਹੈ ਜੀ, ਪੰਜਾਬੀ 'ਚ ਕੀਤੀ, ਇੰਗਲਿਸ਼ ਕੀਤੀ, ਪੰਜਾਬੀ 'ਚ ਕੀਤੀ। ਹੁਣ ਉਹ ਆਇਆ ਇੰਨੀ ਛੋਟੀ ਉਮਰ ਦੇ ਵਿੱਚ, ਉਹ ਸਿਰਫ ਕੰਮ ਕਰਨ ਆਇਆ। ਹਾਂਜੀ। ਔਰ ਉਹ ਇਹ ਨਹੀਂ ਸਮਝਦਾ ਕਿ ਬੇਸਿਕਲੀ ਕੀ ਹੈ ਕਿ ਇੱਕ ਚੀਜ਼ ਹੋਰ ਹੈਗੀ ਹੈ ਕਿ ਇੱਥੇ ਜਿਹੜੀ
ਕਮਾਈਆਂ ਹੈ ਉਹ ਰੱਬ ਦਾ ਸ਼ੁਕਰ ਹੈ ਕਿ ਹਰ ਬੰਦੇ ਦੀ ਕਮਾਈ ਮੋਰ ਔਰ ਲੈਸ ਸੇਮ ਹੈਗੀ ਹੈ, ਭਾਵੇਂ ਸਫਾਈ ਕਰਦਾ ਹੋਏ, ਹਾਂਜੀ ਭਾਵੇਂ ਖੇਤੀ ਕਰਦਾ ਹੋਏ ਤੇ ਭਾਵੇਂ ਅਫਸਰ ਹੋਏ, ਹਰ ਬੰਦੇ ਦੀ ਕਮਾਈ ਮੋਰ ਔਰ ਲੈਸ ਸੇਮ ਹੈਗੀ ਹੈ। ਇਸ ਵਾਸਤੇ ਹਰ ਕਿਸੇ ਦਾ ਰਹਿਣ ਸਹਿਣ ਜਿਹੜਾ ਇੱਕੋ ਵਰਗਾ ਹੋ ਗਿਆ ਤੇ ਉਹ ਚੰਗੀ ਗੱਲ ਹੈ। ਮਤਲਬ ਅਸੀਂ ਆਪਣੇ ਦੇਸ਼ ਤੋਂ ਭੱਜਦੇ ਹੀ ਚੱਕਰ ਦੇ ਵਿੱਚ, ਕਿਉਂਕਿ ਇੱਥੇ ਕਮਾਈਆਂ ਨਹੀਂ ਹੈਗੀਆਂ, ਹਰ ਬੰਦੇ ਦੀ ਬਰਾਬਰ ਕਮਾਈ ਨਹੀਂ ਹੈਗੀ, ਇੱਥੇ ਕਮਾਈ ਸਭ ਬਰਾਬਰ ਹੈਗੀ। ਉਹਦੇ ਕਾਰਨ ਵੀ ਸਾਡੇ ਬੰਦੇ ਨਾ ਆਪਣੇ ਆਪ ਨੂੰ ਕਹਿੰਦੇ ਯਾਰ ਮੈਂ ਪੜ੍ਹ ਲਿਖ ਜਾਵਾਂ, ਕੁਝ ਸਮਝ ਆ, ਉਹ ਚੀਜ਼ ਸੋਚਦੇ ਹੀ ਨਹੀਂ। ਹੁਣ ਇਹ ਉਹਨੂੰ ਮੈਂ ਗੱਲ ਕਿਹਾ ਹੈਗੀ ਮੁੰਡੇ ਨੂੰ, ਹਾਂਜੀ ਉਹ ਮੁੰਡੇ ਨੂੰ ਮੈਂ ਕਿਹਾ ਵੀ ਤੂੰ ਅਗਰ ਪੜ੍ਹਾਈ ਕੀਤੀ ਹੁੰਦੀ, ਸਪੋਜ਼ ਕਰ ਕੋਈ ਟੈਕਨੀਕਲ ਪੜ੍ਹਾਈ ਵੀ ਕੀਤੀ ਹੁੰਦੀ, ਹਾਂ 12ਵੀਂ ਕੀਤੀ ਹੈ, 12ਵੀਂ ਤੋਂ ਬਾਅਦ ITI ਕੀਤਾ ਜਾਂ ਕੋਈ ਕੋਰਸ ਕੀਤਾ ਹੈ ਇਲੈਕਟ੍ਰੀਸ਼ੀਅਨ ਦਾ, ਪਲੰਬਰ ਦਾ, ਜਾਂ ਕੋਈ 에ਅਰ ਕੰਡੀਸ਼ਨਿੰਗ ਦਾ ਕੰਮ ਜਿਹੜਾ ਹੁੰਦਾ ਹੈ, ਅਗਰ ਐਸੇ ਕੋਈ ਕੰਮ ਕੀਤੇ ਨੇ ਜਿਹਦੇ ਵਿੱਚ ਵੀ ਕਹਿੰਦਾ ਮੈਂ ਤੁਹਾਨੂੰ ਥੋੜਾ ਬਹੁਤ ਪ੍ਰੋਫੈਸ਼ਨਲਿਜ਼ਮ ਹੈਗਾ, ਤੇ ਬੰਦਾ ਉਹਨੂੰ ਮੈਂ ਕਿਹਾ ਵੀ ਤੁਸੀਂ ਐਵੇਂ ਦੇ ਕੰਮਾਂ ਦੇ ਵਿੱਚ ਕੰਮ ਕਰਦੇ ਹੋ, ਤੇ ਅਗਰ ਤੁਸੀਂ ਡੋਂਕੀ ਲਾ ਕੇ ਵੀ ਆਏ ਹੋ ਤੇ ਉਹਨੂੰ ਘੱਟ ਤੋਂ ਘੱਟ ਜਾ ਕੇ ਕਿਸੇ ਨਾਲ ਗੱਲ ਤੇ ਕਰੋ ਸੰਸਥਾ ਦੇ ਵਿੱਚ, ਬਈ ਮੈਂ ਸਿਚੁਏਸ਼ਨ ਮੇਰੀ ਇਹ ਹੈਗੀ ਹੈ, ਮੈਂ ਹਿਊਮਨ ਟ੍ਰੈਫਿਕਿੰਗ ਦਾ ਸ਼ਿਕਾਰ ਹੈਗਾ, ਮੇਰੇ ਨਾਲ ਕੰਮ ਤੇ ਉੱਪਰ ਧੱਕਾ ਹੋ ਰਿਹਾ ਹੈ। ਉਹ ਕਾਨੂੰਨਾਂ ਦੇ ਅੰਦਰ ਤੁਸੀਂ ਆਪਣੀ ਸਰਕਾਰ ਨੂੰ ਗੱਲ ਕਰ ਸਕਦੇ ਹੋ, ਤੇ ਉਹ ਫਿਰ ਜਿਹੜੀ ਸੰਸਥਾਵਾਂ ਹੈਗੀਆਂ ਉਹ ਗੱਲ ਸੁਣ ਕੇ ਠੀਕ ਹੈ ਵੀ ਤੁਹਾਨੂੰ ਕੋਈ ਨਾ ਰਸਤਾ ਦੱਸਦੇ ਹੈ, ਉਹਦੇ ਵਿੱਚ ਹੋ ਸਕਦਾ ਹੈ ਕਿ ਤੁਹਾਨੂੰ ਉਹ ਕੁਝ ਪ੍ਰੋਸੈਸ ਕਰਾਉਣ ਜਿਹਦੇ ਨਾਲ ਤੁਹਾਡੇ ਹੱਥ 'ਚ ਕੋਈ ਪੇਪਰ ਆਏ, ਉਹ ਪੇਪਰ ਦੇ ਬੇਸ ਤੇ ਤੁਸੀਂ ਫਿਰ ਆਪਣੀ ਲੈਂਗੁਏਜ ਦਾ ਕੋਰਸ ਕਰ ਸਕਦੇ ਹੋ, ਉਸ ਪੇਪਰ ਦੇ ਬੇਸ ਤੇ ਤੁਸੀਂ ਫਿਰ ਆਪਣਾ ਕੋਈ ਟ੍ਰੇਨਿੰਗ ਕਰ ਸਕਦੇ ਹੋ, ਤੁਹਾਨੂੰ ਸਰਟੀਫਿਕੇਟ ਮਿਲੇਗਾ, ਠੀਕ ਹੈ ਨਾ, ਤੇ ਉਹਦੇ ਨਾਲ ਬੰਦਾ ਰਸਤੇ ਪੈ ਸਕਦਾ ਹੈ। ਹਾਂਜੀ ਪਰ ਗੱਲ ਉਹੀ ਹੈ ਕਿ ਅਗਰ ਸਾਨੂੰ ਡਰ ਲੱਗਿਆ ਹੈ ਕਿ ਅਸੀਂ ਕਿਸੇ ਸੰਸਥਾ ਵਿੱਚ ਜਾਵਾਂਗੇ ਤੇ ਸਾਨੂੰ ਡਿਪੋਰਟ ਕਰ ਦੇਣਗੇ, ਸਾਡੇ ਕੋਲ ਪੈਸੇ ਮੰਗਣਗੇ, ਕਿਉਂਕਿ ਅਸੀਂ ਇੰਡੀਆ 'ਚ ਆਏ ਹਾਂ ਤੇ ਇੰਡੀਆ ਦੇ ਹਰ ਸਰਕਾਰੀ ਆਫਿਸ ਤੁਹਾਡੇ ਕੋਲ ਪਤਾ ਕੀ ਹਿਸਾਬ ਹਾਂਜੀ ਕਰਪਸ਼ਨ ਦੇ ਕਾਰਨ, ਤੇ ਉਹ ਜਿਹੜੀ ਮੈਂਟੈਲਿਟੀ ਹੈ ਉਹ ਵੀ ਰੀਜ਼ਨ ਆਈ ਹੈ ਕਿ ਇਨਫੋਰਮੇਸ਼ਨ ਨਹੀਂ ਹੈਗੀ, ਠੀਕ ਹੈ ਨਾ। ਅਗਰ ਹਾਂਜੀ ਇਨਫੋਰਮੇਸ਼ਨ ਤੁਹਾਡੇ ਕੋਲ ਹੋਵੇ ਤਾਂ ਤੁਸੀਂ ਘੱਟ ਤੋਂ ਘੱਟ ਜਾਓ, ਤੁਸੀਂ ਕਿਸੇ ਨਾਲ ਗੱਲ ਕਰਨ ਵਾਸਤੇ। ਅੱਛਾ ਇਸ ਜੇ ਗੱਲ 'ਚ ਦੇਖੀਏ, ਚਾਹੇ ਆਪਣੀ ਪਾਕਿਸਤਾਨੀ ਕਮਿਊਨਿਟੀ ਹੋਵੇ, ਬੰਗਲਾਦੇਸ਼ ਦੀ ਕਮਿਊਨਿਟੀ ਹੋਵੇ, ਉਹ ਇਸ ਚੀਜ਼ ਦੇ ਵਿੱਚ ਬਹੁਤ ਅੱਗੇ ਆ, ਹਾਂ ਇਸ ਚੀਜ਼ ਮੈਂ ਤੁਹਾਨੂੰ ਨੂੰ ਜੇ ਐਗਜ਼ਾਮਪਲ ਦੇਖਿਆ ਦੇਣਾ, ਜਾਵੇ। ਹਾਂਜੀ ਮੈਂ ਇੱਕ ਸੰਸਥਾ 'ਚ ਕੰਮ ਕਰ ਰਿਹਾ, ਕਦੀ ਮਤਲਬ ਹਫ਼ਤੇ 'ਚ ਇੱਕ ਦੋ ਵਾਰੀ ਜਾਈਦਾ ਉੱਥੇ। ਹਾਂਜੀ ਉਹਨਾਂ ਕੋਲ ਸਰਕਾਰੀ ਘਰ ਹੈਗੇ ਨੇ, ਮਤਲਬ ਬੇਸਿਕਲੀ ਕਿ ਉਹਨਾਂ ਕੋਲ 2 ਅਪਾਰਟਮੈਂਟ ਨੇ ਉਹ ਜੋ ਮੈਨੇਜ ਕਰਦੇ ਨੇ। ਹਾਂਜੀ ਉਹਦੇ ਵਿੱਚ 2 ਅਪਾਰਟਮੈਂਟ ਦੇ ਵਿੱਚ ਹਰ ਅਪਾਰਟਮੈਂਟ ਦੇ ਇੱਕ ਮੁੰਡਾ ਬੰਗਲਾਦੇਸ਼ੀ ਹੈ ਔਰ ਇੱਕ ਮੁੰਡਾ ਪਾਕਿਸਤਾਨੀ ਹੈ, ਬਾਕੀ ਹੋਰ ਕੰਟਰੀਜ਼ ਦੇ ਨੇ। ਇੰਡੀਅਨ ਬੰਦੇ ਨੂੰ ਵੀ ਅਗਰ ਆਪਸ਼ਨ ਦਿੱਤੀ ਜਾਏ ਨਾ, ਠੀਕ ਹੈ ਵੀ ਤੇਰੀ ਸਿਚੁਏਸ਼ਨ ਇਹ ਹੈਗੀ ਹੈ ਕਿ ਅਸੀਂ ਤੇਰੀ ਹੈਲਪ ਕਰ ਸਕਦੇ ਹਾਂ, ਹਾਂਜੀ ਤੇ ਤੇਰਾ ਰਹਿਣ ਪੀਣ ਖਾਣ ਦਾ ਖਰਚਾ ਖਤਮ ਹੋ ਗਿਆ ਨਾ, ਹਾਂਜੀ ਪਲੱਸ ਤੈਨੂੰ ਅਸੀਂ ਟ੍ਰੇਨਿੰਗ ਕਰਵਾ ਦੇਵਾਂਗੇ। ਬੇਸਿਕਲੀ ਕੀ ਹੈ ਕਿ ਜੋ ਪਹਿਲਾਂ 2-3 ਸਾਲ ਹੁੰਦੇ ਸਾਡੇ, ਜਿਹੜੇ 2-3 ਸਾਲ ਪਹਿਲਾਂ ਤੇ ਲੋਕੀ ਧੱਕਾ ਖਾਂਦੇ ਨੇ, ਅਗਰ ਉਹ ਤੁਸੀਂ 2-3 ਸਾਲ ਦੀ ਸੰਸਥਾ ਦੇ ਨਾਲ ਅਗਰ ਤੁਸੀਂ ਕਿਸੇ ਪ੍ਰੋਜੈਕਟ ਦੇ ਅੰਦਰ ਆ ਜਾਂਦੇ ਹੋ, ਠੀਕ ਹੈ ਨਾ, ਔਰ ਉਹ ਤੁਹਾਡੀ ਹੈਲਪ ਕਰਦੇ ਨੇ, ਤੁਹਾਡਾ ਰਹਿਣ ਪੀਣ ਖਾਣ ਦਾ ਖਰਚਾ ਖਤਮ ਹੋ ਗਿਆ, ਹਾਂਜੀ ਇਹ ਤਾਂ ਹੈ। ਠੀਕ ਹੈ ਨਾ। ਪਲੱਸ ਤੁਸੀਂ ਜਿਹੜਾ ਟਾਈਮ 20 ਰੁਪਏ ਦੀ ਦਿਹਾੜੀ ਕਰਕੇ 25 ਰੁਪਏ ਦੀ ਦਿਹਾੜੀ ਕਰਕੇ ਖਰਾਬ ਕਰਨਾ ਸੀ, ਉਹ 20-25 ਰੁਪਏ ਤੁਸੀਂ ਰੋਟੀ ਖਾਣ ਦੇ ਜੋਗੇ ਰਹਿਣਾ ਸੀ, ਹਾਂ ਇਹ ਤਾਂ ਹੈ ਜੀ। ਠੀਕ ਹੈ ਨਾ। ਉਹ ਜਿਹੜਾ ਰੋਟੀ ਖਾਣ ਜੋਗਾ ਸੀ, ਮਕਾਨ ਦਾ ਕਿਰਾਇਆ ਸੀ, ਉਹ ਤੁਹਾਡਾ ਸਰਕਾਰ ਨੇ ਲੈ ਲਿਆ, ਉਹਦੇ ਬਾਵਜੂਦ ਤੁਹਾਨੂੰ ਟ੍ਰੇਨਿੰਗ ਕਰਾ ਰਹੀ ਹੈ। ਹੁਣ ਇਹ ਵੀ ਹੁੰਦਾ ਹੈ ਕਿ ਪਿੱਛੋਂ ਫੈਮਿਲੀ ਕਹਿੰਦੀ ਵੀ ਤੁਸੀਂ ਪੈਸੇ ਨਹੀਂ ਭੇਜ ਰਹੇ, ਬੰਦਾ ਖਰਚਾ ਵੀ ਹੁੰਦਾ। ਸਿਰ ਕਰਜ਼ਾ ਚੜ੍ਹਦਾ। ਹਾਂ, ਪਰ ਗੱਲ ਹੈ ਕਿ ਅਗਰ ਤੁਸੀਂ ਉਹ ਕੰਮ ਆਪਣੇ ਆਪ ਨੂੰ ਤਿਆਰ ਕਰਕੇ ਪੇਪਰ ਲੈ ਕੇ 2 ਸਾਲ ਬਾਅਦ ਵੀ ਸ਼ੁਰੂ ਕਰਦੇ ਹੋ, ਤਾਂ ਗੱਲ ਉੱਥੇ ਹੀ ਤੇ ਆਉਂਦੀ ਹੈ। ਤੁਹਾਡੀ ਕਮਾਈ ਦਾ ਡਬਲ ਹੁੰਦੀ ਹੈ। ਹਾਂਜੀ ਉਹ ਸਾਰਾ ਸਿਚੁਏਸ਼ਨ ਜਿਹੜੀ ਹੈ ਉਹ 4-5 ਸਾਲਾਂ ਵਿੱਚ ਠੀਕ ਹੋ ਜਾਂਦੀ ਹੈ। ਨਹੀਂ ਤੇ ਲੋਕੀ 10-10 ਸਾਲ, ਤੁਹਾਨੂੰ ਪਤਾ ਕੀ ਹੁੰਦਾ ਫਿਰ। ਸ਼ੋਸ਼ਣ ਹੀ ਹੁੰਦਾ ਜੀ। ਹਾਂ, 10 ਸਾਲ ਤੱਕ ਤੁਸੀਂ ਬੋਲੀ ਨਹੀਂ ਸਿੱਖੀ ਔਰ ਪੰਜਾਬੀ ਵਿੱਚ ਹੀ ਰਹੀ ਗਏ। ਔਰ ਮੈਂ ਐਗਜ਼ਾਮਪਲ ਦੇਣਾ, ਅੱਜ ਸੇਮ ਗੱਲ ਹੋਈ ਕਿ 4 ਬੱਚੇ ਸੀ, 4 ਬੱਚੇ ਮਤਲਬ ਕਿ ਸਾਡੇ ਸਕੂਲ ਜਾਣ ਵਾਲੇ ਛੋਟੇ, 8-9 ਸਾਲ ਤੋਂ ਲੈ ਕੇ 15-16 ਸਾਲ ਦਾ ਮੁੰਡਾ ਮੇਰੇ ਕੋਲ ਆ ਕੇ ਬਹਿ ਗਏ, ਤੇ ਮੈਂ ਆਬਵੀਅਸਲੀ ਗੱਲ ਕਰਨੀ ਸ਼ੁਰੂ ਕਰਤੀ ਹਾਂਜੀ ਇਟਾਲੀਅਨ ਦੇ ਵਿੱਚ। ਸਭ ਤਿੰਨੋਂ ਮੁੰਡੇ, 4 ਮੁੰਡੇ ਇਟਾਲੀਅਨ ਫਸਟ ਕਲਾਸ ਬੋਲਦੇ ਪਏ ਸੀ। ਅੱਛਾ ਜੀ। 4 ਦੇ ਵਿੱਚੋਂ ਇੱਕ ਸੀ ਕਹਿੰਦਾ ਜੀ ਮੈਂ ਯੂਨੀਵਰਸਿਟੀ ਜਾਣ ਦੀ ਸੋਚ ਰਿਹਾ। ਮੇਰੇ ਸਾਰੇ ਟੈਕਨੀਕਲ ਕੋਰਸ, ਠੀਕ ਹੈ ਨਾ, ਹਾਂਜੀ ਮੈਂ ਨਹੀਂ ਕਹਿੰਦਾ ਟੈਕਨੀਕਲ ਕੋਰਸ ਨਹੀਂ ਕਰਨਾ, ਟੈਕਨੀਕਲ ਕੋਰਸ ਦੇ ਕੰਮ ਦੀ ਕਮੀ ਨਹੀਂ ਹੈਗੀ ਇੱਥੇ, ਠੀਕ ਹੈ ਨਾ। ਪਰ ਹਾਂਜੀ ਇੱਕ ਬੇਸਿਕਲੀ ਕੀ ਹੈ ਕਿ ਅਗਰ ਅਸੀਂ ਆਪਣੀ ਸੁਸਾਇਟੀ ਨੂੰ, ਆਪਣੀ ਕਮਿਊਨਿਟੀ ਨੂੰ ਇੱਥੇ ਦੇਖਣਾ ਚਾਹੁੰਦੇ ਹਾਂ, ਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡੀ ਕਮਿਊਨਿਟੀ ਆਫਿਸ ਦੇ ਅੰਦਰ ਬੈਠੀ ਹੋਵੇ, ਸਹੀ ਠੀਕ ਹੈ ਨਾ। ਗੱਲ ਹੈ। ਅਗਰ ਪੋਸਟ ਆਫਿਸ ਹੈ ਤੇ ਸਾਨੂੰ ਲੱਗੇ ਸਾਡਾ ਉੱਥੇ ਆਪਣਾ ਬੰਦਾ ਇੰਡੀਅਨ ਬੈਠਾ ਹੈ, ਹਾਂਜੀ ਠੀਕ ਹੈ। ਹਸਪਤਾਲ ਜਾ, ਹੁਣ ਹਸਪਤਾਲਾਂ ਦਾ ਕੀ ਹੈ, ਇੱਥੇ ਜਿੰਨੇ ਵੀ ਰੋਮ ਦੇ ਵਿੱਚ ਜਿੰਨੇ ਵੀ ਹਸਪਤਾਲ ਨੇ ਜੋ ਕਿ ਵੈਟੀਕਨ ਦੇ ਨਾਲ ਕਨੈਕਟਡ ਨੇ, ਉਹਦੇ ਵਿੱਚ ਕੇਰਲਾ ਦੇ ਨਰਸਿਸ ਹੈਗੀਆਂ। ਅੱਛਾ ਜੀ। ਹਾਂਜੀ, ਸਾਡੇ ਬੰਦੇ ਨਹੀਂ ਹੈਗੇ। ਨਹੀਂ ਇੱਥੇ ਮਤਲਬ ਹੈ ਉਹ ਮੈਂ ਤੁਹਾਨੂੰ ਕੇਰਲਾ ਵੀ ਦੱਸਦਾ। ਸਾਡਾ ਆਪਣੀ ਹੈ, ਹਾਂਜੀ ਕਹਿਣ ਦਾ ਮਤਲਬ ਹੈ ਹਾਂਜੀ, ਕਹਿਣ ਦਾ ਹਾਂ, ਭਾਵ ਇਹ ਹੈ ਕਿ ਆਪਣਾ ਪੰਜਾਬ ਜਿਹੜਾ ਇੱਥੇ ਜੇ ਦੇਖਿਆ ਜਾਵੇ, ਜਿਹੜੀ ਨਵੀਂ ਜਨਰੇਸ਼ਨ ਹੁਣ ਆਈ ਆ, ਪੜ੍ਹ ਲਿਖ ਕੇ ਕਾਫੀ ਮੈਂ ਹੁਣ ਦੇਖਿਆ, ਕੋਈ ਪਾਇਲਟ ਬਣ ਰਿਹਾ, ਕੋਈ ਪੁਲਿਸ ਦੇ ਵਿੱਚ ਜਾ ਰਿਹਾ, ਪਰ ਕੋਈ ਆ ਤਕਰੀਬਨ। ਅਸੀਂ ਇੱਦਾਂ ਨਹੀਂ ਕਹਿੰਦੇ ਵੀ ਜੇ ਸਾਡੇ ਇੱਥੇ ਫਰਜ਼ ਕਰੋ 100 ਸਟੂਡੈਂਟ ਆ, 100 ਦੇ ਵਿੱਚੋਂ ਘੱਟ ਤੋਂ ਘੱਟ 40-50 ਇੱਦਾਂ ਕਿਸੇ ਨਾ ਕਿਸੇ ਜਾਈਏ, ਪਰ ਕੋਈ ਜਾ ਰਿਹਾ। ਕਿ ਜ਼ਿਆਦਾਤਰ ਆਪਣਾ ਇਹੀ ਆ ਸਕੋਪ ਜਿਹੜਾ ਜ਼ਿਆਦਾਤਰ ਪਹਿਲਾਂ ਇਹ ਰਿਹਾ ਕਿ ਕਿਸੇ ਵੀ ਤਰ੍ਹਾਂ ਪੈਸੇ ਕਮਾਉਣ ਲੱਗਦੇ, ਪੜ੍ਹਾਈ ਨੂੰ। ਪੈਸੇ ਕਮਾਣੇ ਵੀ ਠੀਕ ਹੈ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਅੱਜ ਮੈਂ ਕਾਫੀ ਲੋਕਾਂ ਨੂੰ ਬੁਲਾਇਆ ਸੀ ਨਗਰ ਕੀਰਤਨ ਤੇ ਇੱਕ ਕੇਰਲਾ ਦਾ ਬੰਦਾ ਹੈ ਇੱਥੇ ਆਪਣਾ, ਹਾਂਜੀ
30 ਸਾਲ ਤੋਂ ਇਟਲੀ ਰਹਿੰਦਾ ਹੈ। ਉਹ ਜਿਹੜੀ ਰੋਮ ਦੀ ਪਾਰਟੀਤੋ ਡੈਮੋਕ੍ਰਾਟਿਕੋ ਹੈ ਨਾ, ਹਾਂਜੀ। ਉਹਦਾ ਪ੍ਰੈਜ਼ੀਡੈਂਟ ਰਿਹਾ ਉਹ। ਅੱਛਾ ਜੀ। ਤੇ ਉਹਦੇ ਇਲਾਵਾ ਉਹ ਸੈਨਾਟੋ ਵਿੱਚ ਲਾਸਟ ਟਾਈਮ ਜਿਹੜੇ ਇਲੈਕਸ਼ਨ ਹੈ ਕੈਂਡੀਡੇਟ ਵੀ ਸੀ। ਠੀਕ ਹੈ, ਉਹਨੇ ਜਿੱਤਿਆ, ਗੱਲ ਵੱਖਰੀ ਹੈ। ਚਲੋ ਖੜਨਾ ਜ਼ਰੂਰੀ ਸੀ। ਹਾਂਜੀ ਹਾਂ, ਉਹਦੇ ਨਾਲ ਆਪਣੇ ਨਾਲ ਬੰਦੇ ਹੋਰ ਲੈ ਕੇ ਆਇਆ। ਠੀਕ ਹੈ, ਹਾਂਜੀ। ਉਹਦੇ ਵਿੱਚ ਇੱਕ ਬੰਦਾ ਸੀ ਜਿਹਨੇ ਇੱਥੇ ਆਪਣਾ ਸਕੂਲ ਖੋਲਿਆ, ਅੱਛਾ ਜੀ। ਇੰਗਲਿਸ਼ ਮੀਡੀਅਮ। ਇੰਗਲਿਸ਼ ਮੀਡੀਅਮ। ਹਾਂਜੀ, ਅੱਛਾ ਜੀ। ਕੈਂਬਰਿਜ ਤੋਂ ਅਪਰੂਵ ਹੋਇਆ ਔਰ ਇਟਾਲੀਅਨ ਗਵਰਨਮੈਂਟ ਤੋਂ ਅਪਰੂਵ ਹੋਇਆ, ਉਹਨੇ ਸਕੂਲ ਖੋਲਤਾ। ਸਾਡੇ ਬੰਦੇ, ਸਾਡੀ ਜਿਹੜੀ ਕਮਿਊਨਿਟੀ ਹੈ, ਇੱਕ ਹਾਂਜੀ ਤਾਂ ਹੁੰਦਾ ਬੰਦੇ ਦਾ ਆਪਣਾ ਫੈਮਿਲੀ ਪ੍ਰੋਜੈਕਟ। ਠੀਕ ਹੈ ਨਾ, ਹਾਂਜੀ ਫੈਮਿਲੀ ਹਾਂਜੀ ਪ੍ਰੋਜੈਕਟ ਮਤਲਬ ਕਿ ਮਾਂ ਪਿਓ ਨੇ ਕਿਹਾ ਮੇਰਾ ਬੱਚਾ ਅੱਗੇ ਪੜ੍ਹੇਗਾ, ਹਾਂਜੀ। ਮੈਨੂੰ ਪੜ੍ਹਾਈ ਕਰਾਣੀ, ਬੱਚਾ ਕਹਿੰਦਾ ਮੈਂ ਪੜ੍ਹਨਾ ਤੇ ਉਹ ਪੜ੍ਹਨਾ। ਪਾਇਲਟ ਬਣ ਗਿਆ, ਹਾਂਜੀ ਵਕੀਲ ਬਣ ਗਿਆ। ਹਾਂਜੀ ਪਰ ਐਜ਼ ਏ ਕਮਿਊਨਿਟੀ ਗੱਲ ਹੈ, ਅਸੀਂ ਲੰਗਰ ਚਲਾਉਣ ਦੇ ਬੜੇ ਸ਼ੇਰ ਹੈਗੇ ਹਾਂ। ਠੀਕ ਹੈ ਨਾ, ਹਾਂਜੀ ਨਗਰ ਕੀਰਤਨ ਕਰਨ ਦੇ ਬੜੇ ਸ਼ੇਰ ਹੈਗੇ ਹਾਂ। ਪਰ ਜਿਵੇਂ ਵੀ ਗੱਲ ਆਉਂਦੀ ਹੈ ਕਮਿਊਨਿਟੀ ਦੀ ਪ੍ਰੋਜੈਕਟ ਦੀ, ਕੁਝ ਕਰਨਾ, ਬਈ ਅੱਜ ਤੋਂ ਸਾਡੇ ਜਿਹੜੇ 10 ਸਾਲ ਬਾਅਦ ਬੱਚੇ ਜਾਂ ਸਾਡੀ ਜੋ ਕਮਿਊਨਿਟੀ ਹੈ 10 ਸਾਲ ਬਾਅਦ ਕਿੱਥੇ ਪਹੁੰਚੇਗੀ, ਹਾਂਜੀ। ਉਹਦੇ ਬਾਰੇ ਵਿਚਾਰ ਹੁੰਦਾ ਹੀ ਨਹੀਂ ਹੈ। ਸਹੀ ਗੱਲ ਹੈ ਜੀ। ਕਿਉਂਕਿ ਕਮੀ ਹੋਈ ਹੈ। ਹੁਣ ਬੇਸਿਕਲੀ ਸਿੰਪਲ ਹੀ ਗੱਲ ਦੱਸਾਂ, ਹੁਣ ਤੇਰੇ ਨਾਲ ਮੇਰੀ ਕਈ ਵਾਰੀ ਗੱਲ ਹੋਈ ਹੈ ਕਿ ਸਾਡੇ ਕੋਲ ਇਹ ਇਨਫੋਰਮੇਸ਼ਨ ਨਹੀਂ ਹੈਗੀ ਕਿ ਸਾਡੀ ਆਬਾਦੀ ਕਿੰਨੀ ਹੈ ਇੱਥੇ। ਹਾਂਜੀ ਠੀਕ ਹੈ, ਸਾਡੀ ਆਬਾਦੀ 'ਚ ਕਿੰਨੇ ਬੰਦੇ ਆਪਣਾ ਕੰਮ ਕਰਦੇ ਨੇ, ਕਿਵੇਂ ਦਾ ਕੰਮ ਕਰਦੇ ਨੇ, ਤਾਂ ਕਿ ਅਸੀਂ ਇੱਕ ਆਪਣਾ ਹੀ ਨੈਟਵਰਕ ਬਣਾ ਲਈਏ। ਜਿਸ ਬੰਦੇ ਨੂੰ ਕੰਮ ਦੀ ਲੋੜ ਹੈ, ਪਤਾ ਵੀ ਉੱਥੇ ਆਪਣੇ ਬੰਦੇ ਕੋਲ ਇਹ ਕੰਮ ਹੈਗਾ। ਹਾਂਜੀ। ਹੈ ਆਪਣੇ ਨਾ, ਬੰਦਾ ਕੋਈ ਜਾਣਕਾਰ ਹੈ ਇਸ ਚੀਜ਼ ਦੇ ਵਿੱਚ। ਹਾਂਜੀ ਹਾਂ ਹਾਂ, ਮਤਲਬ ਉਹ ਸਾਡੇ ਕੋਲ ਉਹ ਇਨਫੋਰਮੇਸ਼ਨ ਤੱਕ ਨਹੀਂ ਹੈਗੀ। ਹੁਣ ਬੇਸਿਕਲੀ ਇਹ ਇਨਫੋਰਮੇਸ਼ਨ ਤੇਰਾ ਤੇ ਮੇਰਾ ਕੰਮ ਨਹੀਂ ਹੈਗਾ। ਹਾਂਜੀ ਇਹ ਜਿਹੜਾ ਕੰਮ ਹੈਗਾ, ਇਹ ਹੈਗਾ ਇੱਕ ਸੰਸਥਾ ਹੋਏ ਵੱਡੀ, ਆਪਣੀ ਸੰਸਥਾ ਹੋਏ, ਜਿਹਦੇ ਵਿੱਚ ਸਾਰੇ ਯੋਗਦਾਨ ਦੇਣ। ਇਹ ਨਾ ਹੋਏ ਕਿ ਯਾਰ ਇਹ ਸੰਸਥਾ ਉਹਨੇ ਬਣਾ ਲਈ ਹੈ, ਉਹ ਚੌਧਰੀ ਬਣੇਗਾ। ਹਾਂਜੀ ਠੀਕ ਹੈ, ਸਾਡੇ ਤਾਂ ਹੀ ਬਹੁਤ ਹੈਗਾ ਨਾ, ਚੌਧਰ ਬਣ ਬਹੁਤ ਹੈਗੀ ਹੈ। ਹਾਂਜੀ ਔਰ ਜਿੰਨੀ ਵੀ ਸਾਡੀ ਐਸੋਸੀਏਸ਼ਨ ਬਣੀਆਂ ਹੋਈਆਂ, ਉਹਦੇ ਵਿੱਚ ਡੈਮੋਕ੍ਰੇਟਿਕ ਤੇ ਕੋਈ ਹੈ ਹੀ ਨਹੀਂ ਨਾ। ਇਨ ਸੈਂਸ ਕਿ ਇਲੈਕਸ਼ਨ ਤੇ ਹੁੰਦੇ ਹੀ ਨਹੀਂ ਸਾਲ ਮਹੀਨੇ ਸਾਲ ਦੇ ਸਾਲ। ਬਈ ਅਗਰ ਇੱਕ ਐਸੋਸੀਏਸ਼ਨ ਬਣਾਈ ਹੈ, ਉਸ ਐਸੋਸੀਏਸ਼ਨ ਦਾ ਹੋਇਆ ਵੀ ਹਾਂ ਵੀ ਇਸ ਸਾਲ ਤੇ ਪੂਰੀ ਸਭਾ ਬੈਠੀ ਹੈ, ਹਾਂਜੀ ਉਹਨਾਂ ਨੇ ਡਿਸਾਈਡ ਕੀਤਾ ਹੈ ਕਿ ਕਿਹੜਾ ਬੰਦਾ ਪ੍ਰੈਜ਼ੀਡੈਂਟ ਹੋਏਗਾ, ਕਿਹੜਾ ਬੰਦਾ ਸੈਕਟਰੀ ਹੋਏਗਾ, ਕਿਹੜਾ ਬੰਦਾ ਕੀ ਹੋਏਗਾ, ਕਿਹੜੇ ਬੰਦੇ ਨੇ ਕੀ। ਹਾਂਜੀ। ਉਹ ਜਿਹੜੀ ਸੰਸਥਾਵਾਂ ਹੈਗੀਆਂ, ਉਹਨਾਂ ਲੀਡਰ ਵੀ ਉਹਨਾਂ ਨੂੰ ਕਿਸੇ ਨੂੰ ਇਟਾਲੀਅਨ ਬੋਲਣੇ ਆਉਂਦੇ ਨੇ। ਗੱਲ ਤਾਂ ਮਤਲਬ ਹਾਂਜੀ ਐਟਲੀਸਟ ਜਿਹੜੇ ਬੰਦੇ ਸਾਡੇ ਆਗੂ ਨੇ, ਜੋ ਮਰਜ਼ੀ ਕਹਿ ਲਓ, ਉਹਨਾਂ ਨੂੰ ਟੈਕਨੀਕਲ ਲੈਵਲ ਤੇ, ਇਟਾਲੀਅਨ ਲੈਵਲ ਤੇ ਬਹੁਤ ਜ਼ਰੂਰੀ ਹੈ ਕਿ ਉਹ ਉਹਨਾਂ ਨੂੰ ਮੂਵ ਕਰਨਾ ਆਉਂਦਾ ਹੋਏ ਸਰਕਾਰੀ ਲੈਵਲ ਤੇ ਇੱਥੇ। ਹਾਂਜੀ। ਹੁਣ ਕਿੰਨੀ ਫਾਈਨੈਂਸਿੰਗ ਆਉਂਦੀ ਹੈ, ਪ੍ਰੋਜੈਕਟ ਹੁੰਦੇ ਨੇ, ਅਸੀਂ ਨਹੀਂ ਕਰ ਪਾਉਂਦੇ। ਇਹ ਜ਼ਿਆਦਾਤਰ ਦੇਖੋ ਨਾਮ ਹੀ ਨਹੀਂ ਹੁੰਦਾ ਇੰਡੀਆ ਆਪਣੇ ਹਾਂ, ਜਿਹੜੇ ਫੰਡਿੰਗ ਆਉਂਦੀ ਆ, ਜਿਹੜੇ ਉਹਦੇ ਵਿੱਚ ਪ੍ਰੋਜੈਕਟਾਂ ਦੇ ਵਿੱਚ ਨਾਮ ਬਹੁਤ ਘੱਟ ਹੁੰਦਾ ਇੰਡੀਆ ਦਾ। ਨਹੀਂ ਉਹ ਨਾਮ ਹੀ ਹੋਏ ਬੇਸਿਕਲੀ, ਕਿ ਉਹਦੇ ਇਲਾਵਾ ਹੋਰ ਬੜੇ ਪ੍ਰੋਜੈਕਟ ਨੇ। ਹੁਣ ਜਿਹੜੇ ਪ੍ਰੋਜੈਕਟ ਦੀ ਗੱਲ ਕਰ ਰਹੇ ਨਾ, ਤੂੰ ਪਿੱਛੇ ਗੱਲ ਹੋਈ ਸੀ ਹਾਂਜੀ OAM ਦੀ, ਹਾਂਜੀ ਹਾਂਜੀ। ਮੈਂ ਉਹਨਾਂ ਮੀਟਿੰਗ ਕੀਤੀ, ਕਹਿੰਦੇ ਨੇ ਇੰਡੀਆ ਦਾ ਹੈ। ਅੱਛਾ ਜੀ। ਹੁਣ ਗੱਲ ਹੈ ਕਿ ਇੰਡੀਆ ਦਾ ਹੈ ਤੇ ਗੱਲ ਠੀਕ ਹੈ, ਪਰ ਗੱਲ ਹੈ ਕਿ ਅਗਰ ਤੁਸੀਂ ਸਾਡੀ ਕੋਈ ਸੰਸਥਾ ਉਸ ਲੈਵਲ ਤੇ ਸੋਚਦੀ ਹੀ ਨਹੀਂ, ਉਹ ਕਹਿੰਦੇ ਵੀ ਠੀਕ ਗੁਰਦੁਆਰੇ ਅਪੀਲ ਕਰਦੇ ਹਾਂ, ਪੈਸੇ ਇਕੱਠੇ ਹੋ ਜਾਣਗੇ। ਹਾਂਜੀ। ਪੈਸੇ ਇਕੱਠੇ ਕਰਨ ਦੀ ਗੱਲ ਵੱਖਰੀ ਹੈ, ਔਰ ਸਰਕਾਰੀ ਪੈਸੇ ਦੇ ਨਾਲ ਕੰਮ ਕਰਨਾ ਗੱਲ ਵੱਖਰੀ ਹੈ। ਇਹ ਵੀ ਗੱਲ ਹੈਗੀ ਆ। ਹਾਂਜੀ। ਸਰਕਾਰੀ ਪੈਸੇ ਨਾਲ ਕੰਮ ਕਰਨ ਦਾ ਮਤਲਬ ਹੁੰਦਾ ਹੈ ਕਿ ਸਰਕਾਰ ਨੇ ਬੋਲੇ ਕਿ ਹਾਂ ਇਹ ਬੰਦੇ ਕੁਝ ਕਰਦੇ ਪਏ ਨੇ, ਇਹਨਾਂ ਨੂੰ ਅਗਲੇ ਪ੍ਰੋਜੈਕਟਾਂ ਵਿੱਚ ਇਨਵੋਲਵ ਕਰੋ। ਇਨਵੋਲਵਮੈਂਟ ਹੋ ਜਾਂਦੀ ਹੈ ਸਰਕਾਰ ਦੇ ਨਾਲ, ਡਾਇਰੈਕਟਲੀ ਹੋ ਜਾਂਦਾ ਇੱਕ ਕਿਸਮ ਦੇ ਨਾਲ। ਹਾਂ ਇੱਥੇ ਉਹਨਾਂ ਨੂੰ ਪਤਾ ਲੱਗਦਾ ਕਿ ਹਾਂਜੀ ਇਹ ਕਮਿਊਨਿਟੀ ਵੀ ਹੈ, ਕੁਛ ਕਰ ਰਹੀ ਹੈ, ਸਾਰਾ ਕੁਝ ਜਾਣੀ ਇੱਕ ਕਿਸਮ ਦੇ ਨਾਲ ਸਾਡਾ ਹੀ ਫਾਇਦਾ ਉਸ ਚੀਜ਼ ਦੇ ਵਿੱਚ। ਹਾਂ, ਉਹ ਬੇਸਿਕਲੀ ਕੀ ਸਾਨੂੰ ਇੰਡੀਅਨਸ ਨੂੰ ਸਾਡੀ ਅੱਛੀ ਮਤਲਬ ਉਹ ਸਾਖ ਹੈਗੀ ਹੈ। ਸਾਨੂੰ ਚੰਗੇ ਲੋਕੀ ਨਾਰਮਲੀ ਲੋਕ ਵੀ ਚੰਗੇ ਮੰਨਦੇ ਨੇ। ਹਾਂਜੀ ਤੇ ਜਿਹੜੀ ਇੰਸਟੀਟਿਊਸ਼ਨਸ ਨੇ ਉਹ ਵੀ ਕਹਿੰਦੇ ਨੇ ਵੀ ਇੰਡੀਅਨ ਬੰਦਾ ਹੈ, ਠੀਕ ਹੈ, ਸਾਫ ਸੁਥਰਾ ਹਾਂਜੀ ਬੰਦਾ, ਕੰਮ ਕਰਨ ਵਾਲਾ ਬੰਦਾ ਹੈ। ਠੀਕ ਹੈ ਨਾ, ਹਾਂਜੀ। ਸਾਡੀ ਉਹ ਮਤਲਬ ਰੈਪੂਟੇਸ਼ਨ ਚੰਗੀ ਹੈਗੀ ਹੈ। ਇਹ ਗੱਲ ਨੂੰ ਪਰ ਹਾਂਜੀ। ਉਸ ਦੇ ਇਲਾਵਾ ਕੁਝ ਨਹੀਂ ਹੈ, ਉਸ ਰੈਪੂਟੇਸ਼ਨ ਦੇ ਇਲਾਵਾ ਕੁਝ ਨਹੀਂ ਹੈ। ਹੁਣ ਤੁਸੀਂ ਸਿੰਪਲ ਜੀ ਗੱਲ ਦੇਖੋ, ਇਲੈਕਸ਼ਨ ਹੁੰਦੇ ਨੇ, ਹੁਣ ਸਾਡੇ ਬੰਦੇ ਨੂੰ ਨਹੀਂ ਪਤਾ ਇੱਥੇ ਰਾਈਟ ਵਿੰਗ ਕੀ ਹੈਗਾ, ਲੈਫਟ ਵਿੰਗ ਕੀ ਹੈਗਾ। ਹਾਂਜੀ ਠੀਕ ਹੈ ਨਾ, ਸਾਡੇ ਬੰਦੇ ਫਰਤੈਲੀ ਦੀ ਤਾਲਿਆਂ ਦੇ ਨਾਲ ਖੜੇ ਹੋ ਜਾਂਦੇ ਨੇ। ਹੋ ਜਾਓ ਖੜੇ, ਪਰ ਉਹਨਾਂ ਨੇ ਤੁਹਾਡੇ ਸਿਰਫ ਯੂਜ਼ ਹੀ ਕਰਨਾ, ਭਾਵੇਂ ਲੇਗਾ ਦੇ ਨਾਲ ਵੀ। 4 ਵੋਟਾਂ ਲੈ ਕੇ ਆਓਗੇ, ਉਹਨਾਂ ਨੇ 4 ਵੋਟਾਂ ਆਪਣੇ ਕੋਲ ਰੱਖਣੀਆਂ, ਸਤਿ ਸ੍ਰੀ ਅਕਾਲ, ਹਾਂਜੀ, ਖਤਮ ਗੱਲ। ਲੇਗਾ ਦੇ ਵਿੱਚ ਵੀ ਖੜ ਜਾਂਦੇ ਆ। ਚਲੋ ਹਾਂ, ਵਧੀਆ ਗੱਲ ਆ, ਕਿਸੇ ਨਾ ਕਿਸੇ ਹਰ ਪਾਰਟੀ ਦੇ ਨਾਲ ਜੁੜਨਾ ਚਾਹੀਦਾ। ਔਰ ਬਾਕੀ ਜਿਹੜੀ ਗੱਲ ਹੈ ਐਜੂਕੇਸ਼ਨ ਦੀ ਹੈਗੀ ਹੈ, ਉਹ ਤਾਂ ਮੈਂ ਜਿਹੜੀ ਚੀਜ਼ਾਂ ਜਿਹੜੀ ਜਵਾਨ ਜਨਰੇਸ਼ਨ ਆਉਣਾ ਚਾਹੁੰਦੀ ਹੈ, ਉਹਨਾਂ ਨੂੰ ਇਹੋ ਕਹਿਣਾ ਕਹਾਂਗਾ ਕਿ ਬਈ ਇਟਲੀ ਵਿੱਚ ਪੜ੍ਹਾਈ ਫ੍ਰੀ ਹੈਗੀ ਹੈ। ਹਾਂਜੀ ਤੇ ਅਗਰ ਤੁਸੀਂ ਆਪਣਾ ਨੂੰ ਥੋੜਾ ਪ੍ਰਿਪੇਅਰ ਕਰੋ, ਯੂਨੀਵਰਸਿਟੀ ਐਡਮਿਸ਼ਨ ਲਓ, ਆਰਾਮ ਨਾਲ ਆਓ ਔਰ ਚੱਜ ਦੀ ਜ਼ਿੰਦਗੀ ਜੀਓ। ਹੁਣ ਇੱਥੇ ਹੋਣਾ ਇਹੀ ਹੋਇਆ ਇਸ ਟਾਈਮ ਮੈਂ ਬੜੇ ਬੱਚੇ ਨੂੰ ਜਾਣਦਾ, ਬੱਚੇ ਕੀ 30 ਸਾਲ ਦੇ ਮੁੰਡੇ ਨੇ, 25 ਸਾਲ ਦੇ ਮੁੰਡੇ, ਹਾਂਜੀ ਜੋ ਕਿ IT ਦੀ ਜੌਬ ਕਰਦੇ ਪਏ ਨੇ। ਠੀਕ ਹੈ ਨਾ, 3 ਸਾਲ ਦੇ ਅੰਦਰ ਉਹ ਪੇਪਰ ਆ ਗਏ ਨੇ, ਆਪਣੇ ਸਟੂਡੈਂਟ ਤੋਂ ਵਰਕਰ ਹੋ ਗਏ ਨੇ, ਵਰਕਰ ਹੋ ਗਿਆ ਜੀ। ਆਪਣੀ ਗੱਡੀਆਂ ਲੈ ਕੇ ਹੁੰਦੇ ਨੇ ਆਰਾਮ ਨਾਲ, 1.5-2 ਹਜ਼ਾਰ ਤਨਖਾਹ ਹੈਗੀ ਉਹਨਾਂ ਦੀ, ਔਰ ਫੁੱਲ ਟਾਈਮ ਕੰਟਰੈਕਟ ਹੈਗੇ ਨੇ। ਉਹਨਾਂ ਨੂੰ ਲੋਨ ਤੱਕ ਮਿਲ ਜਾਂਦੇ ਨੇ। ਸਾਡੇ ਬੰਦੇ ਕੈਸ਼ ਕਮਾ ਲੈਂਦੇ ਹੋਣਗੇ ਇੰਨਾ ਪੈਸਾ, ਹੈ ਕਿ ਨਹੀਂ ਕਮਾਉਂਦੇ ਹੋਣਗੇ, ਪਰ ਹਾਂਜੀ ਗੱਲ ਹੈ ਕਿ ਫਰਕ ਹੈ ਕਿਵੇਂ ਕਮਾ ਰਹੇ ਹੋ। ਉਹ ਮੁੰਡਾ AC 'ਚ ਕੁਆਲਿਟੀ, ਬੈਠਾ ਆਫਿਸ 'ਚ ਕੰਮ ਕਰ ਰਿਹਾ, ਕੁਆਲਿਟੀ ਤੁਸੀਂ ਕਹਿ ਸਕਦੇ ਹਾਂ ਆਪਾਂ, ਟਾਈਮ ਦੀ ਕੁਆਲਿਟੀ, ਲਾਈਫ ਦੀ ਕੁਆਲਿਟੀ, ਫ਼ਰਕ ਪੈ ਜਾਂਦਾ ਜੀ ਫਿਰ। ਹਾਂ, ਤੇ ਪੈਸਾ ਤਾਂ ਕਮਾ ਲੈਂਦਾ ਬੰਦਾ, ਪੈਸਾ ਦਾ ਕੀ ਹੈ।
ਉਹ ਤੁਸੀਂ ਕਿਵੇਂ ਕਮਾ ਰਹੇ ਹੋ, ਕਿਹੜੀ ਜ਼ਿੰਦਗੀ ਜੀ ਰਹੇ ਹੋ, ਉਹਦੇ 'ਤੇ ਡਿਪੈਂਡ ਕਰਦਾ ਹੈ। ਹਾਂਜੀ ਹੁਣ ਕਿੰਨੇ ਵੀਡੀਓ ਆਉਂਦੇ ਨੇ YouTube ਵਗੈਰਾ ਉੱਪਰ, ਠੇਲੇ ਵਾਲੇ, ਉਹ ਤੇ ਜਿਹੜਾ ਕਲਚਰ ਬਣ ਗਿਆ ਹਿੰਦੁਸਤਾਨ ਚਾਹ ਵਾਲਾ, ਹਾਂਜੀ ਉਹ ਮੈਂ ਠੇਲਾ ਲਗਾਉਣਾ, ਮੈਂ ਤੇ ਲੱਖ ਰੁਪਏ ਕਮਾ ਲੈਣਾ। ਠੀਕ ਹੈ ਵੀ, ਤੂੰ ਕਰਦਾ ਤੇ ਲੱਖ ਲੱਖ ਪੈਸੇ ਕਮਾ ਲਾ, ਜ਼ਿੰਦਗੀ ਬਣਦੀ ਹੈ, ਜ਼ਿੰਦਗੀ ਤੇ ਸਮਝਣ ਨਾ ਬਣਦੀ ਹੈ। ਬਾਕੀ ਹਰ ਦਾ ਆਪਣਾ ਹਿਸਾਬ ਕਿਤਾਬ ਹੈ। ਹਾਂਜੀ ਹੋਰ ਕੀ ਕਿਸ ਬਾਰੇ ਦੱਸਣੀ ਹੈ? ਮੈਂ ਤਾਂ ਇਹ ਦੋ ਗੱਲਾਂ ਕਰਨੀਆਂ ਸੀ, ਪੜ੍ਹਾਈ ਬਾਰੇ, ਤੇ ਇੱਕ ਦੂਜੇ ਜਿਹੜੇ ਮੁੰਡੇ ਆਉਂਦੇ ਨੇ ਉਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ ਉੱਥੇ ਕੀ ਹੈ ਕੀ ਨਹੀਂ ਹੈ। ਪਰ ਗੱਲ ਇਹ ਹੈ ਕਿ ਉਹਨਾਂ ਨੂੰ ਦੱਸਿਆ ਕਿੱਦਾਂ ਜਾਵੇ। ਹੁਣ ਜੇ ਫਰਜ਼ ਕਰੋ ਅੱਜ ਕਿਸੇ ਵੀ ਪਾਸਿਓਂ ਕੋਈ ਡੌਂਕੀ ਲਾਉਣ ਨੂੰ ਚੱਲਾਂ, ਹੁਣ ਕਿਸੇ ਵੀ ਤਰ੍ਹਾਂ ਉਹਨਾਂ ਦੇ ਮਾਧਿਅਮ ਦੇ ਨਾਲ ਉਹਨਾਂ ਤੱਕ ਇਹ ਗੱਲ ਪਹੁੰਚਦੀ ਹੈ ਜੀ, ਉੱਥੇ ਜਾ ਕੇ ਤੁਸੀਂ ਫਸ ਜਾਣਾ। ਪਤਾ ਨਹੀਂ 10 ਲੱਖ 12 ਲੱਖ ਜਿੰਨੇ ਵੀ ਤੁਸੀਂ ਉਹ ਲਾ ਰਹੇ ਨੇ, ਉਹ ਤੁਹਾਡਾ ਪਤਾ ਨਹੀਂ ਕਦੋਂ ਪੂਰਾ ਹੋਣਾ। ਕੀ ਤੁਹਾਨੂੰ ਲੱਗਦਾ ਕਿ ਉਹ ਕਿਸੇ ਦੀ ਗੱਲ ਮੰਨਣਗੇ? ਉਹ ਤਾਂ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਜਾ ਰਹੇ ਨੇ। ਜਿਹੜੇ 10 ਲੱਖ 12 ਲੱਖ ਲਗਾ ਰਹੇ ਨੇ, ਤੇ ਉਹ ਸਿਰਫ ਲਗਾ ਰਹੇ ਨੇ ਆਪਣੇ ਨੂੰ ਪਰੇਸ਼ਾਨ ਕਰਨ ਵਾਸਤੇ, ਅਗਲੇ ਹੋਰ 5-10 ਸਾਲ ਵਾਸਤੇ। ਹਾਂਜੀ ਤੇ ਉਹ 10 ਲੱਖ ਦੀ ਜਿਹੜੀ ਇਨਵੈਸਟਮੈਂਟ ਹੈ, ਤੁਸੀਂ 5-6 ਲੱਖ ਵਾਸਤੇ 5-6 ਸਾਲ ਵਾਸਤੇ ਕੀਤੀ ਹੈ। ਠੀਕ ਹੈ ਜੀ। ਹਾਂਜੀ ਹਾਂਜੀ ਤੁਸੀਂ ਉਹ 10 ਲੱਖ ਰੁਪਏ ਮਤਲਬ ਉਧਾਰ ਲੈ ਕੇ ਘਰ ਬਹਿ ਜਾਓ, ਔਰ ਆਪਣੇ ਆਪ ਨੂੰ 2 ਸਾਲ ਤਿਆਰ ਕਰ ਲਓ। ਪਰ 2 ਹੁਣ ਸਾਲ ਕੋਈ ਕੋਰਸ ਕਰ ਲਓ। ਮੈਂ ਦੇਖਿਆ ਇੱਥੇ ਜ਼ਿਆਦਾਤਰ ਹੁਣ ਆਪਣਾ ਜਿਹੜਾ 20 ਤੋਂ 18 ਤੋਂ 22 ਸਾਲ 24 ਸਾਲ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਹੁਣ ਆ ਰਹੇ ਨੇ ਜਨਰੇਸ਼ਨ ਆ ਰਹੀ ਹੈ ਇਟਲੀ ਦੇ ਵਿੱਚ, ਅਤੇ ਜੇ ਉਹਨਾਂ ਨੇ ਸਟੱਡੀ ਬੇਸ 'ਤੇ ਆਉਣਾ ਹੋਵੇ ਤਾਂ ਫਿਰ ਉਹ ਕਿੱਦਾਂ ਆਉਣ? ਕਿਉਂਕਿ ਸਾਊਥ ਦੇ ਵਿੱਚ ਜਿੱਥੇ ਤੱਕ ਸਾਨੂੰ ਪਤਾ ਲੱਗਾ, ਉੱਥੇ ਦਾ ਸਟੱਡੀ ਬੇਸ 'ਤੇ ਵੀਜ਼ਾ ਵੀ ਮਿਲ ਜਾਂਦਾ। ਆਪਣੇ ਜੇਕਰ ਪੰਜਾਬ ਤੋਂ ਵੀਜ਼ਾ ਅਪਲਾਈ ਕਰਨ ਜਾਏ, ਸੁਣਨ ਦੇ ਵਿੱਚ ਇੱਦਾਂ ਆਇਆ, ਹੁਣ ਮੈਂ ਪੱਕਾ ਪੁਸ਼ਟੀ ਨਹੀਂ ਕਰਦਾ, ਕਿ ਉਹਨਾਂ ਨੂੰ ਵੀਜ਼ਾ ਰਿਜੈਕਟ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਆ। ਉਹ ਉਹੀਓ ਨਾ, ਬੋਲੀ ਨਹੀਂ ਬੋਲਦੇ ਨਾ, ਇੰਗਲਿਸ਼ ਨਹੀਂ ਬੋਲਦੇ ਨਾ। ਪਰ ਇਟਲੀ ਦੇ ਵਿੱਚ ਤਾਂ ਇੰਗਲਿਸ਼ ਦੀ ਲੋੜ ਹੀ ਨਹੀਂ। BFS ਵਾਲਿਆਂ ਨੂੰ ਇਹ ਵੀ ਤੁਸੀਂ ਜਿਹੜੀ ਲੈਂਗੁਏਜ ਦਾ, ਤੁਸੀਂ ਜਿਹੜਾ ਕੋਰਸ ਕਰਨਾ ਹੈਗਾ ਹਾਂਜੀ ਯੂਨੀਵਰਸਿਟੀ ਦੇ ਵਿੱਚ, ਹਾਂਜੀ ਉਹ ਜਾਂ ਤੇ ਇਟਾਲੀਅਨ ਚ ਹੋਏਗਾ ਜਾਂ ਇੰਗਲਿਸ਼ ਹੋਏਗਾ, ਜਾਂ ਇੰਗਲਿਸ਼ ਹੋਏਗਾ। ਪੰਜਾਬੀ ਹਾਂਜੀ, ਤੇ ਹੈ ਨਹੀਂ। ਅਤੇ ਇਹ ਜਿਹੜੀਆਂ ਯੂਨੀਵਰਸਿਟੀਆਂ ਇਹਨਾਂ ਦਾ ਕਿੱਦਾਂ ਪਤਾ ਲੱਗਦਾ? ਕਿਉਂਕਿ ਚਲੋ ਇੰਗਲਿਸ਼ ਵੀ ਆਪਣੇ ਇੰਗਲਿਸ਼ ਤਾਂ ਚਲੋ ਆਪਾਂ ਸਿੱਖ ਲਾਂਗੇ ਉੱਥੇ ਜਿੱਦਾਂ ਵੀ ਕਰਕੇ, ਪਰ ਯੂਨੀਵਰਸਿਟੀ ਕਿੱਦਾਂ ਲੱਭੀਏ ਇੱਥੇ ਇਟਲੀ ਦੇ ਵਿੱਚ? ਦੇਖੋ, ਇੱਕ ਸਾਈਟ ਹੈਗੀ ਹੈ, ਮੈਂ ਤੁਹਾਨੂੰ ਦੱਸਣਾ ਹੁਣ, ਯੂਨੀ ਇਟਾਲੀਆ ਕਰਕੇ। ਠੀਕ ਹੈ ਜੀ। ਉਹਦੇ ਵਿੱਚ ਕੀ ਹੈ ਕਿ ਇਟਲੀ ਦੀ ਜਿੰਨੀ ਵੀ ਯੂਨੀਵਰਸਿਟੀਜ਼ ਹੈਗੀਆਂ ਨਾ, ਜਿੰਨੇ ਵੀ ਕੋਰਸਸ ਹੈਗੇ ਨੇ, ਉਹ ਸਾਰੇ ਉੱਥੇ ਹੈਗੇ ਨੇ। ਤੁਸੀਂ ਇੱਕੋ ਪਲੇਟਫਾਰਮ ਤੇ ਇਟਲੀ ਦੀ ਜਿੰਨੀ ਵੀ ਯੂਨੀਵਰਸਿਟੀ ਹੈਗੀ ਹੈ, ਉਹਨਾਂ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਅੱਛਾ, ਇੱਕ ਹੀ ਸਾਰੀਆਂ 'ਚ ਕਰ ਸਕਦੇ ਹਾਂ? ਹਾਂ, ਯੂਨੀਵਰਸ ਇਟਲੀ ਹੈਗੀ ਹੈ ਠੀਕ ਹੈ ਜੀ। ਵੈਬਸਾਈਟ, universeitaly.it। ਠੀਕ ਹੈ ਜੀ। ਇਹਦੇ ਵਿੱਚ ਇੰਗਲਿਸ਼ ਵਿੱਚ ਤੇ ਇਟਾਲੀਅਨ ਵਿੱਚ ਪੂਰੀ ਇਨਫੋਰਮੇਸ਼ਨ ਹੈਗੀ ਹੈ, ਮਿਨਿਸਟਰੀ ਦੀ ਸਾਈਟ ਹੈਗੀ ਹੈ। ਅੱਛਾ ਔਰ ਜੀ। ਇਟਲੀ ਦੀ ਜਿੰਨੀ ਵੀ ਯੂਨੀਵਰਸਿਟੀਆਂ ਹੈ, ਪ੍ਰਾਈਵੇਟ ਤੋਂ ਲੈ ਕੇ ਸਰਕਾਰੀ ਤੱਕ, ਉਹਨਾਂ ਦੇ ਜਿੰਨੇ ਵੀ ਕੋਰਸ ਨੇ, ਉਹ ਸਾਰੇ ਇੱਥੇ ਅਵੇਲੇਬਲ ਹੈਗੇ ਨੇ। ਕਿਹੜੀ ਲੈਂਗੁਏਜ ਕੋਰਸ ਹੈਗੇ ਨੇ, ਉਹ ਅਵੇਲੇਬਲ ਹੈ। ਹੁਣ ਐਗਜ਼ਾਮਪਲ ਦੇਣਾ, ਮੈਂ ਇਸ ਟਾਈਮ ਯੂਨੀਵਰਸਿਟੀ ਐਡਮਿਸ਼ਨ ਲਿਆ ਹੋਇਆ ਹਾਂਜੀ 50 ਸਾਲ ਦੀ ਉਮਰ ਦੇ ਵਿੱਚ, ਹਾਂਜੀ ਮੇਰਾ 3rd ਈਅਰ ਹੈ। ਠੀਕ ਹੈ, ਹਾਂਜੀ 50 ਸਾਲ ਦੀ ਉਮਰ ਮੈਨੂੰ ਐਡਮਿਸ਼ਨ ਮਿਲ ਗਿਆ ਨਾ ਯੂਨੀਵਰਸਿਟੀ ਵਿੱਚ, ਔਰ ਮੇਰੇ ਕੋਲ ਪੜ੍ਹਾਈ ਇੰਡੀਆ ਦੀ ਪੜ੍ਹਾਈ ਸੀ, ਇੱਥੇ ਪੜ੍ਹਾਈ ਨਹੀਂ ਹੈਗੀ ਸੀ ਮੇਰੀ। ਇੰਡੀਆ ਦੀ ਪੜ੍ਹਾਈ ਦੇ ਬੇਸ ਤੇ 10+2 ਦੇ ਬੇਸ ਤੇ, ਕਿਉਂਕਿ ਮੇਰੀ ਦਿੱਲੀ ਆਪਣੀ ਯੂਨੀਵਰਸਿਟੀ ਡਿਗਰੀ ਪੂਰੀ ਨਹੀਂ ਕੀਤੀ ਸੀ, ਮੈਂ ਆਪਣੇ 10+2 ਦੇ ਬੇਸ ਤੇ ਇੰਡੀਆ ਵਿੱਚ ਤੋਂ ਇੱਕ ਪ੍ਰੋਸੈਸ ਕਰਾ ਕੇ ਆਪਣੀ ਸਰਟੀਫਿਕੇਟ ਨੂੰ ਓਕੇ ਕਰਾ ਕੇ, ਟ੍ਰਾਂਸਲੇਸ਼ਨ ਕਰਾ ਕੇ, ਐਮਬੈਸੀ ਤੋਂ ਟੱਪਾ ਲਗਵਾ ਕੇ ਇੱਥੇ ਐਡਮਿਸ਼ਨ ਲਿਆ। ਅੱਛਾ ਔਰ ਮੈਂ ਮੇਰੀ ਕਲਾਸ ਦੇ ਹਾਂਜੀ ਵਿੱਚ, ਮਤਲਬ ਮੈਂ ਹਾਂਜੀ ਜਾਂਦਾ ਤਾਂ ਨਹੀਂ ਹਾਂ, ਕਦੀ ਕਦੀ ਗਿਆ ਹੋਇਆ ਯੂਨੀਵਰਸਿਟੀ ਵਿੱਚ, ਹਾਂਜੀ ਜਿਹੜੇ ਬੱਚੇ ਨੇ ਉਹਦੇ ਵਿੱਚ ਬੰਗਲਾਦੇਸ਼ ਦੇ ਬੱਚੇ ਨੇ, ਇੰਡੀਆ ਤੋਂ ਸਾਊਥ ਦੇ ਬੱਚੇ ਨੇ 1-2, ਅੱਛਾ ਜੀ। ਔਰ ਬਾਕੀ ਸਾਰੇ ਬੱਚੇ ਕੋਈ ਯੂਰਪ ਦੇ ਕਿਸੇ ਕੰਟਰੀ ਦੇ ਨੇ, ਕਿਸ ਕੰਟਰੀ ਦੇ, ਕੁਝ ਅਫਰੀਕਾ ਦੇ ਬੱਚੇ ਵੀ ਹੈਗੇ ਨੇ। ਠੀਕ ਹੈ ਨਾ, ਹਾਂਜੀ ਪੰਜਾਬੀ ਇੱਕ ਵੀ ਨਹੀਂ ਹੈਗਾ। ਅੱਛਾ, ਇੱਕ ਵੀ ਪੰਜਾਬੀ ਨਹੀਂ? ਕਹਿੰਦੇ ਮੈਂ ਹੋ ਗਿਆ, ਪਰ ਤੁਹਾਡੇ ਤੋਂ ਮੇਰੀ ਇਲਾਵਾ ਹੋਰ ਕੋਈ ਹੈ ਨਹੀਂ? ਠੀਕ ਹੈ। ਤੇ ਇਹ ਪ੍ਰੋਬਲਮ ਹੈ ਬੇਸਿਕਲੀ। ਕੀ ਹੈ ਕਿ ਮਾਈਂਡ ਸੈਟ ਹੀ ਨਹੀਂ ਹੈ ਪੜਨ ਦਾ। ਮਾਈਂਡ ਸੈਟ ਹੈ ਕਿ ਮੈਂ ਬਾਹਰ ਜਾਣਾ ਬਸ। ਜੇ ਤੁਸੀਂ ਪੜਨ ਆਉਂਦੇ ਹੋ ਤੇ ਉਹਦੇ ਨਾਲ ਜਿਹੜੀ ਦੂਸਰੀ ਚੀਜ਼ਾਂ ਖੁੱਲਦੀਆਂ, ਉਹ ਤੇ ਫਿਰ ਕਰਨੀ ਪੈਣਾ। ਹੁਣ ਜਿਹੜਾ ਇਸ ਟਾਈਮ ਕੈਨੇਡਾ ਵਿੱਚ ਕਿੰਨੀ ਫੇਕ ਯੂਨੀਵਰਸਿਟੀ ਖੁੱਲੀਆਂ ਹੋਈਆਂ, ਹਾਂਜੀ ਉਹਨਾਂ ਦਾ ਕੰਮ ਸਿਰਫ ਪੈਸੇ ਲੈਣਾ। ਹੁਣ ਇੱਕ ਤੂੰ ਤੇ ਮੈਂ ਮਿਲ ਕੇ ਕੱਲ ਨੂੰ ਸਕੂਲ ਖੋਲ ਸਕਦੇ ਹਾਂ ਉੱਥੇ, ਹਾਂਜੀ ਕੋਈ ਵੱਡੀ ਗੱਲ ਨਹੀਂ। ਸਕੂਲ ਖੋਲਣਾ, ਪ੍ਰੋਸੈਸ ਕਰਨਾ, ਪੈਸੇ ਖਰਚਣੇ, ਸਕੂਲ ਖੁੱਲ ਗਿਆ, ਖੁੱਲ ਗਏ। ਹਾਂਜੀ ਬੱਚਿਆਂ ਨੂੰ ਐਡਮਿਸ਼ਨ ਦੇਈਏ, ਪੈਸੇ ਪੜਾਈ ਜਾਓ। ਅਮਰੀਕਾ ਤੇ ਕੈਨੇਡਾ ਵਿੱਚ ਪੰਜਾਬੀਆਂ ਨੇ ਇਹੀ ਕੀਤਾ ਉੱਥੇ। ਹਾਂਜੀ ਹਾਂਜੀ ਠੀਕ ਹੈ ਨਾ, ਪਰ ਉਹ ਪੜ੍ਹਾਈ ਥੋੜਾ ਨਾ, ਉਹ ਤੇ ਲੁੱਟਬਾਜ਼ੀ ਹੈਗੀ। ਉਹ ਵੀ ਗੱਲ ਤੁਸੀਂ ਹੈ ਜੀ। ਪੈਸੇ ਦੇ ਕੇ ਲੁੱਟ ਰਹੇ ਹੋ ਆਪਣੇ ਆਪ। ਜਿਹੜੇ 10 ਲੱਖ ਦਾ ਬਜਟ ਤੁਸੀਂ ਲਿਆ ਆਪਣੇ ਉੱਪਰ ਲਗਾਉਣ ਵਾਸਤੇ, ਉਹ 10 ਲੱਖ ਤੁਸੀਂ ਨਾ ਸੀਰੀਅਸਲੀ, ਬੰਦਾ 10 ਲੱਖ ਮਤਲਬ ਇੰਨਾ ਪੈਸਾ ਹੁੰਦਾ ਹੈ ਕਿ ਤੁਸੀਂ ਆਰਾਮ ਨਾਲ ਘਰ ਬਹਿ ਕੇ 3-4 ਸਾਲ ਖਾ ਲਓ ਤੇ ਆਪਣੇ ਆਪ ਨੂੰ ਤਿਆਰ ਕਰ ਲਓ, ਉਹਦੇ ਬਾਅਦ ਜਿੱਥੇ ਮਰਜ਼ੀ ਜਾਓ। ਹਾਂਜੀ, ਅਤੇ ਅੱਛਾ, ਇੱਕ ਮੇਰਾ ਹੁਣ ਲਾਸਟ ਸਵਾਲ ਮੈਂ ਤੁਹਾਨੂੰ ਪੁੱਛਾਂਗਾ, ਸ਼ਾਇਦ ਸਾਡੇ ਜੋ ਸਾਨੂੰ ਹੁਣ ਸਰੋਤੇ ਸੁਣ ਵੀ ਰਹੇ ਹੋਣਗੇ, ਕਿ ਜਿਹੜੀ ਇਹ ਇੰਡੀਆ ਦੇ ਵਿੱਚ ਅਸੀਂ ਪੜ੍ਹਾਈ ਕੀਤੀ ਆ, ਚਾਹੇ ਆਪਾਂ ਕਾਫੀ ਜਿੱਦਾਂ ਮੈਡੀਕਲ ਤੌਰ 'ਤੇ ਹੋ ਗਈ, ਜਾਂ IT ਚਲੋ ਕੰਪਿਊਟਰ ਦੇ ਵਿੱਚ ਹੋ ਗਈ, ਆਪਣਾ ਕੰਪਿਊਟਰ ਸਾਇੰਸ ਜਿਨ੍ਹਾਂ ਨੇ ਕੀਤੀ ਹੋਵੇ ਜਾਂ ਬੈਚਲਰ ਕੀਤੀ ਹੋਵੇ, ਉਹ ਇਟਲੀ ਦੇ ਵਿੱਚ ਉਹ ਅਪਰੂਵ ਮਾਨਤਾ ਮਿਲ ਸਕਦੀ, ਜਾਂ ਕਿਸੇ ਵੀ ਸੈਕਟਰ ਦੇ ਵਿੱਚ ਬੰਦੇ ਨੇ ਪੜ੍ਹਾਈ ਕੀਤੀ ਹੋਵੇ? ਪੜ੍ਹਾਈ ਅਗਰ ਇੰਡੀਆ ਵਿੱਚ ਹੋਈ ਹੈ, ਉਹ ਉੱਥੇ ਅਪਰੂਵ ਹੁੰਦੀ ਹੈ। ਬੇਸਿਕਲੀ ਕੀ ਹੈ, ਇੱਕ ਪ੍ਰੋਸੈਸ ਹੁੰਦਾ, ਉਹਨੂੰ ਬੋਲਦੇ ਨੇ ਡਿਕਲੇਰੇਸ਼ਨ ਆਫ ਵੈਲਿਊ। ਡਿਕਲੇਰੇਸ਼ਨ ਆਫ ਵੈਲਿਊ ਪ੍ਰੋਸੈਸ ਕੀ ਹੈਗਾ? ਉਹਦੇ ਵਿੱਚ ਕੀ ਹੈ, ਤੁਹਾਡੇ ਕੋਲ ਜਿਹੜੀ ਤੁਹਾਡੀ ਹਾਈਐਸਟ ਪੜ੍ਹਾਈ ਹੈਗੀ ਹੈ, ਉਹਦੇ ਅਗਰ ਤੁਹਾਡੀ ਡਿਗਰੀ, ਸਰਟੀਫਿਕੇਟ, ਡਿਪਲੋਮਾ ਜੋ ਵੀ ਹੈ, ਉਹ ਤੁਸੀਂ ਆਪਣੇ ਸਟੇਟ ਦੀ ਜੋ ਕਿ ਐਜੂਕੇਸ਼ਨ ਬੋਰਡ ਹੈਗਾ,
ਹਾਂਜੀ ਉਹਦੋਂ ਤੋਂ ਪਹਿਲਾਂ ਸਰਟੀਫਾਈ ਕਰ ਦਿਓ ਵੀ ਇਹ ਡਿਗਰੀ ਓਰੀਜਨਲ ਹੈਗੀ ਹੈ, ਠੀਕ ਹੈ ਨਾ। ਹਾਂਜੀ ਹਾਂਜੀ ਉਹ ਠੱਪੇ ਠੁੱਪਾ ਲਗਾ ਕੇ ਦਿੰਦੀ ਵੀ ਹਾਂ ਡਿਗਰੀ ਓਰੀਜਨਲ ਹੈ, ਨਕਲੀ ਨਹੀਂ ਹੈਗੀ। ਅਟੈਸਟਡ ਕਰਾਣੀ ਇੱਕ ਕਿਸਮ ਨਾਲ ਅਸੀਂ ਕਹਿ ਸਕਦੇ ਅਟੈਸਟ ਨਹੀਂ, ਅਟੈਸਟ ਤੇ ਆਥੈਂਟਿਕੇਟ ਦੋ ਵਰਡ ਅਲੱਗ ਨੇ। ਅਲੱਗ ਨੇ, ਆਥੈਂਟਿਕੇਟ ਕਰਨੀ ਹੈ, ਠੀਕ ਹੈ ਜੀ। ਹਾਂ, ਉਹ ਆਥੈਂਟਿਕੇਟ ਕਰਨੀ ਹੈ ਤੇ ਉਹ ਅਟੈਸਟ ਤੇ ਕੋਈ ਵੀ ਕਰ ਸਕਦਾ ਹੈ, ਅਫੀਸਰ ਹਾਂਜੀ ਗੈਜ਼ਟਡ ਅਫੀਸਰ ਦੇ ਹੁੰਦੇ ਸਰਕਾਰੀ ਨੇ। ਕੋਈ ਵੀ, ਹਾਂਜੀ ਪਰ ਆਥੈਂਟਿਕੇਟ ਸਿਰਫ ਉਹ ਡਿਪਾਰਟਮੈਂਟ ਹੀ ਕਰ ਸਕਦਾ ਜਿਹਨੇ ਉਹ ਡਿਗਰੀ ਦਿੱਤੀ ਹੈ, ਓਕੇ ਠੀਕ ਹੈ ਠੀਕ ਨਾ। ਹੈ ਜੀ, ਹਾਂਜੀ ਤੇ ਉਹ ਜਿਹੜਾ ਸਰਕਾਰੀ ਡਿਪਾਰਟਮੈਂਟ ਆ ਉਹਨੂੰ ਆਥੈਂਟਿਕੇਟ ਕਰਿਆ ਵੀ ਹਾਂ ਵੀ ਇਹ ਡਿਗਰੀ ਅਸਲੀ ਹੈਗੀ। ਓਕੇ ਜੀ ਉਹਦਾ ਖਰਚਾ ਕੁਝ ਨਹੀਂ ਹੈਗਾ, ਉਹਦਾ ਖਰਚਾ ਹੈਗਾ ਮੈਂ ਕਿਹਾ 50-100 ਰੁਪਏ ਦੇ ਆਸ-ਪਾਸ, ਜਿਹੜਾ ਸਹੀ ਹੁੰਦਾ ਹੈ ਸਟੈਂਪ ਪੇਪਰ ਲੱਗਦਾ ਪੋਸਟ ਆਫਿਸ ਵਾਲਾ, 50 ਰੁਪਏ ਦਾ ਸਟੈਂਪ ਪੇਪਰ ਲੱਗਦਾ ਸ਼ਾਇਦ, ਠੀਕ ਹੈ ਜੀ। ਹਾਂਜੀ ਉਹ ਅਟੈਸਟ ਹੋਣ ਦੇ ਬਾਅਦ ਡਿਗਰੀ ਤੇ ਮਾਰਕਸ਼ੀਟ ਜੋ ਵੀ ਹੈ, ਦੋ ਚੀਜ਼ਾਂ ਅਟੈਸਟ ਹੁੰਦੀਆਂ, ਉਹਦੇ ਬਾਅਦ ਉਹਦੀ ਹੁੰਦੀ ਟ੍ਰਾਂਸਲੇਸ਼ਨ ਹਾਂਜੀ ਇਟਾਲੀਅਨ ਦੇ ਵਿੱਚ, ਜਾਂ ਕਿਸੇ ਵੀ ਕੰਟਰੀ ਜਾਣਾ ਉਸ ਉਸ ਕੰਟਰੀ ਦੀ ਲੈਂਗੁਏਜ ਦੇ ਲੈਂਗੁਏਜ ਵਿੱਚ, ਹਾਂਜੀ ਟ੍ਰਾਂਸਲੇਸ਼ਨ ਕਰਨੀ, ਹਾਂਜੀ ਟ੍ਰਾਂਸਲੇਟ ਹੋਏਗੀ। ਉਹ ਟ੍ਰਾਂਸਲੇਟ ਹੋ ਕੇ ਜਾਂਦੀ ਹੈ ਅੰਬੈਸੀ। ਅੰਬੈਸੀ ਉਹਦੀ ਫਿਰ ਫੀਸ ਲੈਂਦੀ ਹੈ, ਉਹ ਹਰ ਪੇਜ ਦੇ ਹਿਸਾਬ ਨਾਲ, ਡਾਕੂਮੈਂਟ ਦੇ ਹਿਸਾਬ ਨਾਲ ਉਹਨਾਂ ਦੀ ਫੀਸ ਹੈਗੀ ਹੈ, ਉਹ ਵੀ 2-3 ਹਜ਼ਾਰ ਦਾ ਖਰਚਾ ਜ਼ਿਆਦਾ ਨਹੀਂ ਹੈ। ਚਲੋ ਹਾਂਜੀ ਇੰਨਾ ਲਾ ਕੇ ਰੱਖਦੇ, ਹਾਂਜੀ ਹਾਂ, ਤੇ ਉਹਦੇ ਵਿੱਚ ਕੀ ਹੈ ਕਿ ਫਿਰ ਸਰਕਾਰ ਜਿਹੜੀ ਹੈ ਅੰਬੈਸੀ ਨਾ ਫਿਰ ਇੱਕ ਲੈਟਰ ਲਿਖ ਕੇ ਦਿੰਦੀ ਵੀ ਇਹ ਜੋ ਅਸੀਂ ਡਿਗਰੀ ਹੈ ਦੇਖੀ ਹੈ ਇੰਡੀਆ ਦੀ ਜਾਂ ਪੰਜਾਬ ਦੀ ਜਾਂ ਕਿਸੇ ਵੀ ਹੋਰ ਸਟੇਟ ਦੀ ਜਾਂ ਕਿਸੇ ਕੰਟਰੀ ਦੀ, ਹਾਂਜੀ ਇਹ ਡਿਗਰੀ ਦੀ ਵੈਲਿਊ ਇੰਨੀ ਹੈ ਕਿ ਸਾਡੀ ਕੰਟਰੀ ਵਿੱਚ ਜਾ ਕੇ ਬੰਦਾ ਇਸ ਲੈਵਲ ਦੀ ਪੜ੍ਹਾਈ ਕਰ ਸਕਦਾ। ਮਤਲਬ ਓਕੇ ਕਿ ਅਗਰ ਤੁਸੀਂ ਇੰਡੀਆ ਵਿੱਚ 10+2 ਕੀਤੀ ਹੈ ਤਾਂ ਤੁਸੀਂ ਇੱਥੇ ਆ ਕੇ ਗ੍ਰੈਜੂਏਸ਼ਨ ਕਰ ਸਕਦੇ ਹੋ ਜਾਂ ਉਸ ਤੋਂ ਉਸ ਲੈਵਲ ਦਾ ਕੁਝ ਹੋਰ ਵੀ ਕੰਮ ਪੜ੍ਹਾਈ ਕਰ ਸਕਦੇ ਹੋ। ਹੁਣ ਉਹਦੇ ਵਿੱਚ ਉਹਨਾਂ ਨੇ ਇੰਟਰਵਿਊ ਤੁਹਾਡੀ ਲੈਣੀ ਹੈ। ਉਹ ਹਾਂਜੀ ਜਿਵੇਂ ਇੰਗਲਿਸ਼ ਬੋਲਦੇ ਨੇ ਸਾਡੇ ਬੰਦੇ ਚੁੱਪ ਹੋ ਜਾਂਦੇ ਉੱਥੇ, ਕਿਉਂਕਿ ਸਾਡੇ ਬੰਦੇ ਭਾਵੇਂ ਪੜ੍ਹ ਲਿਖ ਗਏ ਹੁਣ ਇੰਗਲਿਸ਼ ਬੋਲਣਾ ਗੱਲ ਵੱਖਰੀ ਹੋ ਜਾਂਦੀ ਸਮਝ ਹੈ ਗਿਆ ਨਾ। ਜੀ, ਅਗਰ ਹਾਂਜੀ ਬੋਲਣ ਦੀ ਆਦਤ ਨਹੀਂ ਹੈਗੀ ਤੇ ਫਿਰ ਤੁਸੀਂ ਝਿਜਕੋਗੇ। ਇਹ ਵੀ ਗੱਲ ਹੈ ਜੀ। ਤੇ ਉਹ ਜਿਹੜੀ ਫਰੈਂਡ ਨਾ ਮੇਰੀ ਐਕਚੁਅਲੀ ਉਹ ਇਟਾਲੀਅਨ ਕੁੜੀ ਹੀ ਸੀ ਜੋ VFS ਵਿੱਚ ਕੰਮ ਕਰਦੀ ਸੀ ਔਰ ਸ਼ੈਂਗਨ ਵੀਜ਼ਾ ਦੀ ਹੈਡ ਸੀ, ਅੱਛਾ ਠੀਕ ਜੀ, ਹੈ। ਇਸ ਟਾਈਮ ਉੱਥੇ VFS ਕੰਮ ਨਹੀਂ ਕਰਦੀ ਹੁਣ ਉਹ, ਹਾਂਜੀ ਹਾਂਜੀ ਮੇਰੀ ਦੋਸਤ ਸੀ ਉਹ। ਉਹਦੇ ਨਾਲ ਮੈਂ ਬਿਲਕੁਲ ਐ ਚਾਹ ਪੀਣ ਵਾਲੀ ਗੱਲ ਹੁੰਦੀ ਨਾ, ਉਹ ਗੱਲ ਕੀਤੀ ਵੀ ਨਾਲ ਹਾਂਜੀ ਬੈ ਕੇ 2 ਮਿੰਟ ਗੱਲ ਕਰ ਵੀ ਕੀ ਗੱਲ ਹੈ, ਕੀ ਸਿਚੁਏਸ਼ਨ ਹੈ। ਕਹਿੰਦੀ ਵੀ ਪੰਜਾਬ ਤੋਂ ਜਿੰਨਾ ਹੀ ਬੰਦਾ ਆਉਂਦਾ 95% ਅਸੀਂ ਨਾ ਕਰ ਦਿੰਦੀ ਹੈ ਕਿਉਂਕਿ ਉਹਨਾਂ ਕੋਲ ਬੋਲਿਆ ਨਹੀਂ ਜਾਂਦਾ। ਜੈਨੂਇਨ ਕੇਸ ਐਵੇਂ ਨਹੀਂ ਕਿ ਲੱਗਦਾ ਇੱਕ ਕਿਸਮ ਦੇ ਨਾਲ, ਜੇ ਅਸੀਂ ਦੇਖੀਏ। ਹਾਂ, ਨਹੀਂ ਉਹ ਹਾਂ ਬੰਦਾ ਦੇਖੋ ਅਪਲਾਈ ਕੀਤਾ ਤੁਸੀਂ ਸਟੂਡੈਂਟ ਵਾਸਤੇ, ਹਾਂਜੀ ਉਹ ਤੁਸੀਂ ਅਗਰ ਲੈਸਨ ਫੋਲੋ ਕਰਨੇ ਹੈਗੇ ਆ ਕਲਾਸ ਦੇ ਵਿੱਚ ਤੇ ਇੰਗਲਿਸ਼ ਹੈਗੇ ਨੇ, ਉਹ ਤੁਹਾਨੂੰ ਬੋਲੀ ਸਮਝ ਆਉਂਦੀ ਨਹੀਂ ਪਈ, ਮੈਂ ਤੁਹਾਡੇ ਨਾਲ ਗੱਲ ਕਰਦੀ ਪਈ ਤੇ ਕਿਵੇਂ ਕੰਮ ਕਰਾਂ, ਕਿਵੇਂ ਗੱਲ ਸਹੀ ਹੋ ਸਕਦੀ। ਇਹ ਵੀ ਗੱਲ ਹੈਗੀ ਹੈ ਜੀ। ਔਰ ਦੂਜਾ ਤਰੀਕਾ ਬੰਦਾ ਵੀ ਸੋਚ ਸਕਦਾ ਹੈ ਬਈ ਜ਼ਰੂਰੀ ਹੈ ਤੁਸੀਂ ਇੱਥੇ ਆ ਕੇ ਡਿਗਰੀ ਕਰਨੀ ਹੈ, ਤੁਸੀਂ ਇਹ ਵੀ ਦੇਖ ਸਕਦੇ ਹੋ ਕੋਈ ਇਟਾਲੀਅਨ ਲੈਂਗੁਏਜ ਦੇ ਸਕੂਲ ਹੋਣ, ਮੈਂ ਇਟਾਲੀਅਨ ਸਿੱਖਣ ਜਾਣਾ ਜੀ, ਹਾਂਜੀ ਠੀਕ ਹੈ ਨਾ, ਇਟਾਲੀਅਨ ਸਿੱਖਣ ਜਾਣਾ, ਓਕੇ ਇਹਦੇ ਤੇ ਤਾਂ ਵੀ ਮਿਲ ਹੋ ਸਕਦਾ ਸਕਦਾ ਕਿ ਵੀਜ਼ਾ ਇਦਾਂ? ਹੋ ਸਕਦਾ। ਅੱਛਾ ਹਾਂਜੀ, ਇੱਕ ਚਾਂਸ ਆ ਬੰਦਾ ਜੇ ਕਰਨਾ, ਹਾਂਜੀ ਹਾਂ ਬਈ ਇੱਥੇ ਆਉਂਦੇ ਨੇ ਸਟੂਡੈਂਟ ਅਮਰੀਕਾ ਤੋਂ ਆਉਂਦੇ ਨੇ ਲੈਂਗੁਏਜ ਸਿੱਖਣ ਵਾਸਤੇ। ਇਹ ਵੀ ਗੱਲ ਹੈਗੀ ਹੈ, ਹਾਂਜੀ ਪੈਰੂਜਾ ਵਿੱਚ ਯੂਨੀਵਰਸਿਟੀ ਹੈਗੀ ਹੈ, ਉਹ ਯੂਨੀਵਰਸਿਟੀ ਫੋਰਨ ਸਟੂਡੈਂਟ ਵਾਸਤੇ ਹੈਗੀ ਹੈ। ਹਾਂਜੀ ਮੈਨੂੰ ਯਾਦ ਆ ਪੈਰੂਜਾ ਯੂਨੀਵਰਸਿਟà degli stranieri, ਜਿੱਥੇ ਤੱਕ ਹਾਂ ਮੈਨੂੰ ਯਾਦ ਹਾਂ ਆ। ਹਾਂ। ਹੁਣ ਉਹ ਬੇਸਿਕਲੀ ਗੱਲ ਹੈ ਕਿ ਅਗਰ ਹੁਣ ਅਸੀਂ ਕੋਈ ਕੰਸਲਟੈਂਸੀ ਤੇ ਹੈ ਨਹੀਂ ਵੀ ਤੁਹਾਨੂੰ ਪੈਸੇ ਲੈ ਕੇ ਤੁਹਾਨੂੰ ਸਮਝ ਦੇਣੀ, ਇਨਫੋਰਮੇਸ਼ਨ ਦੇਣੀ ਹੈ, ਹਾਂਜੀ ਠੀਕ ਹੈ ਨਾ। ਅਗਰ ਇਨਫੋਰਮੇਸ਼ਨ ਲੈਣੀ ਹੈ ਤੁਹਾਨੂੰ ਖੁਦ ਵੀ ਤਾਂ ਕੁਝ ਕਰਨਾ ਪਏਗਾ। ਤੁਸੀਂ ਆਪਣਾ ਦੇਸ਼ ਛੱਡਣ ਲੱਗੇ ਹੋ, ਦੇਸ਼ ਛੱਡਣ ਦਾ ਮਤਲਬ ਤੁਸੀਂ ਆਪਣੇ ਪੈਰਾਂ ਤੇ ਖੜੇ ਹੋਣਾ ਹੈ ਤੇ ਹਾਂਜੀ ਘੱਟ ਤੋਂ ਘੱਟ ਇਨਫੋਰਮੇਸ਼ਨ ਤੇ ਆਪ ਲੱਭਣੀ ਸਿੱਖੋ। ਪਰ ਗੱਲ ਇਹ ਕਿ ਆਪਣੇ ਮਾਧਿਅਮ ਜ਼ਰੀਏ ਘੱਟ ਨੇ, ਜਗਾੜ ਜ਼ਿਆਦਾ। ਤੇ ਜੇ ਅਸੀਂ ਗੱਲ ਕਰਦੇ ਹਾਂ ਇਨਫੋਰਮੇਸ਼ਨ ਦੀ, ਤੇ ਇਨਫੋਰਮੇਸ਼ਨ ਦੇ ਨਾਂ 'ਤੇ ਸਭ ਤੋਂ ਪਹਿਲਾਂ ਫਸਾਇਆ ਜਾਂਦਾ ਬੰਦੇ ਨੂੰ ਕਿ ਕਿੱਦਾਂ ਮੈਂ ਮਾਂਜ ਲਵਾਂ। ਹੁਣ ਫਰਜ਼ ਕਰੋ ਮੈਨੂੰ ਆਹ 2 ਚੀਜ਼ਾਂ ਦਾ ਪਤਾ, ਮੈਂ ਮੂਹਰੇ ਜਾ ਕੇ ਇਹੀ ਗੱਲ ਕਹੂੰਗਾ ਕਿ ਹਾਂ ਵੀ ਮੇਰੇ ਕੋਲ ਇੱਕ ਜਗਾੜ ਆ, ਕਿੱਦਾਂ ਤੁਹਾਡਾ ਲੱਗਣਾ ਵੀਜ਼ਾ, ਤੇ ਮੇਰੇ ਹੀ ਪਹਿਲਾਂ ਦੱਸੋ ਵੀ ਮੇਰੀ ਕੀ ਸੇਵਾ ਪਾਣੀ। ਸਭ ਤੋਂ ਹਾਂ ਮੇਨ ਜਿਹੜੀ ਵੱਡੀ ਗੱਲ ਹੈ, ਸੇਵਾ ਪਾਣੀ ਨੇ ਕੰਮ ਜ਼ਿਆਦਾ ਖਰਾਬ ਕੀਤਾ। ਜੇ ਤੱਕ ਮੇਰੀ ਸੋਚ ਆ, ਬਾਕੀ ਹਰ ਆਪਣੇ ਬੰਦੇ ਦੀ ਸੋਚ ਅਲੱਗ ਹੋ ਸਕਦੀ ਹੈ। ਨਹੀਂ ਇਹੀ ਹੋਇਆ ਬਸ ਸਾਡੇ ਬੰਦਿਆਂ ਦਾ ਹੈ ਕਿ ਪੈਸੇ ਲੈ ਲਓ, ਮੈਂ ਹਾਂਜੀ ਆਪਣੀ ਦਿਹਾੜੀ ਨਹੀਂ ਖਰਾਬ ਕਰਨੀ ਤੇ ਮੈਂ ਹਾਂਜੀ ਚੀਜ਼ ਸਮਝਦੀ ਵੀ ਕਿਵੇਂ ਹੋਣੀ ਹੈ, ਪਰ ਮੇਰਾ ਕੰਮ ਵੀ ਹੋਣਾ ਚਾਹੀਦਾ। ਮੇਰਾ ਕੰਮ ਵੀ ਹੋਣਾ ਚਾਹੀਦਾ। ਗੱਲ ਹੁਣ ਤਾਂ ਮੈਂ ਇਹ ਤੁਹਾਨੂੰ ਐਗਜ਼ਾਮਪਲ ਦਿੰਦਾ, ਮੈਨੂੰ ਇੱਕ ਮੁੰਡੇ ਨੇ ਕਿਹਾ ਭਾਜੀ ਮੇਰੇ ਨਾ ਮੈਨੂੰ ਉਹ ਚਾਹੀਦਾ ਕਾਰੀ ਕੀ ਪੈਂਡੈਂਟੀ ਹਾਂਜੀ ਪੁਲਿਸ ਕਲੀਅਰੈਂਸ, ਹਾਂਜੀ ਠੀਕ ਹੈ ਨਾ, ਇਟਲੀ ਦੀ ਪੁਲਿਸ ਕਲੀਅਰੈਂਸ ਚਾਹੀਦੀ ਹੈ। ਉਹ ਚਲਾ ਗਿਆ ਕੈਨੇਡਾ, ਠੀਕ ਹੈ ਜੀ, ਬਈ ਮੈਂ ਤਾਂ ਕੈਨੇਡਾ ਚਲਾ ਗਿਆ ਪਰ ਮੈਨੂੰ ਉੱਥੇ ਦੀ ਪੁਲਿਸ ਕਲੀਅਰੈਂਸ ਚਾਹੀਦੀ ਹੈ। ਹਾਂਜੀ ਮੈਂ ਉਹਨੂੰ ਲਿੰਕ ਭੇਜਤਾ ਆਨਲਾਈਨ ਤੋਂ ਅਪਲਾਈ ਤੇ ਕਰ ਆਪਣੇ ਅਪਲਾਈ ਆਪ, ਕਰ ਲਓ, ਹਾਂਜੀ ਤੁਸੀਂ, ਖਬਰ ਪਾਣੀ ਹਾਂਜੀ ਏਜੰਸੀਆਂ ਹੈਗੀਆਂ ਆਨਲਾਈਨ ਅਪਲਾਈ ਕਰੋ ਤੇਰੇ ਘਰ ਭੇਜ ਦਿੰਦੀਆਂ। ਉਹ ਬੰਦੇ ਕੋਲ ਉਹ ਵੀ ਨਹੀਂ ਹੋਇਆ। ਅੱਛਾ ਜੀ, ਹੁਣ ਇਹ ਨਹੀਂ ਕਿ ਬੰਦਾ ਪੜ੍ਹਿਆ ਲਿਖਿਆ ਨਹੀਂ ਹੈ, ਉਹ ਵੀ ਗ੍ਰੈਜੂਏਟ ਹੈਗਾ, ਭਾਜੀ ਤੁਸੀਂ ਕਰ ਦਿਓ। ਹੁਣ ਮੈਂ ਆਪਣੀ ਅੱਧੀ ਦਿਹਾੜੀ ਖਰਾਬ ਕਰਾਂ, ਮੈਨੂੰ ਮੈਂ ਪੈਸੇ ਵੀ ਕਿਸੇ ਕੋਲ ਮੰਗ ਸਕਦਾ ਕਿਉਂਕਿ ਮੇਰਾ ਕੰਮ ਨਹੀਂ, ਪੈਸੇ ਕੰਮ ਨਹੀਂ ਹੈਗਾ। ਹਾਂਜੀ ਮਤਲਬ ਲੋਕਾਂ ਦਾ ਇਹ ਹਾਲ ਹੈ ਕਿ ਜਿਨ੍ਹਾਂ ਨੂੰ ਪਤਾ ਕਿ ਹਰਵਿੰਦਰ ਸਿੰਘ ਨੇ ਇਨਫੋਰਮੇਸ਼ਨ ਦੇ ਦੇਣੀ ਹੈ, ਉਹਨਾਂ ਨੇ ਇਹ ਪੁੱਛਣਾ ਭਾਜੀ ਇਹ ਸਸਤੀ ਟਿਕਟ ਕਿੱਥੋਂ ਆਏਗੀ, ਮੈਨੂੰ ਦੱਸੋਗੇ ਜਰਾ। ਯਾਰ ਤੁਸੀਂ ਸਾਰਾ ਦਿਨ ਫੇਸਬੁੱਕ ਤੇ ਲੱਗੇ ਰਹਿੰਦੇ ਹੋ, ਇੰਸਟਾਗ੍ਰਾਮ ਤੇ ਲੱਗੇ ਰਹਿੰਦੇ ਹੋ 2 ਅੱਖਰ ਵੀ ਲਿਖਣੇ ਸਮਝ ਜਾਓ, ਹਾਂਜੀ ਠੀਕ ਹੈ ਨਾ। ਹੁਣ ਉਹ ਵੀ ਹਰਵਿੰਦਰ ਸਿੰਘ ਕਰਕੇ ਦੇਗਾ ਇਹ ਮਜ਼ਾਕ ਹੋ ਗਿਆ ਨਾ। ਮਤਲਬ ਜ਼ਿੰਮੇਵਾਰੀ ਆਪਣੀ ਕੋਈ ਲੈਣ ਦੀ ਗੱਲ ਹੀ ਨਹੀਂ, ਪੈਸੇ ਖਰਚਵਾ ਲਓ, ਉਹੀ ਤਾਂ ਗੱਲ ਹੈ ਜੀ। ਮਤਲਬ ਆਪਣੀ ਜ਼ਿੰਮੇਵਾਰੀ ਨਹੀਂ ਲੈਣੀ। ਹੁਣ ਕਈ ਲੋਕੀ ਨੇ ਭਾਜੀ ਕੰਮ ਸ਼ੁਰੂ ਕਰਨਾ ਹੈ, ਮੈਂ ਕਿਹਾ ਬੋਲੀ ਆਉਂਦੀ ਹੈ, ਨਹੀਂ ਬੋਲੀ ਨਹੀਂ ਆਉਂਦੀ ਗੱਲ, ਅੱਛਾ ਮੈਂ ਜੀ, ਤੇ ਇੱਥੇ ਤੇ ਟੈਕਸ ਸਿਸਟਮ ਕਿਵੇਂ ਸਮਝ ਆਏਗਾ,
ਟੈਕਸ ਸਿਸਟਮ ਦਾ ਵੀ ਅਗਰ ਤੁਸੀਂ ਕੰਮ ਕਰਨ ਲੱਗੇ ਹੋ ਤੇ ਟੈਕਸ ਭਰਨੇ ਪੈਣੇ ਆ। ਹਾਂਜੀ ਪਤਾ ਨਹੀਂ ਕਿੰਨੇ ਪੇਪਰਾਂ ਦੇ ਸਾਈਨ ਕਰਨੇ ਪੈਣੇ ਆ, ਠੀਕ ਹੈ ਨਾ। ਸਮਝਦੇ ਨਹੀਂ ਆ, ਉਹ ਦੁਕਾਨ ਖੋਲ੍ਹਣੀ ਆ, ਉਹ ਇੱਥੇ ਇਹਨਾਂ ਨੂੰ ਸ਼ੌਂਕ ਚੜਿਆ ਆਊਟਡੋਰ ਵਾਜੋ ਦਾ, ਕਾਰ ਵਾਸ਼ ਦਾ ਸ਼ੌਂਕ ਚੜਿਆ ਸਭ ਨੂੰ। ਹਾਂਜੀ ਅੱਛਾ ਚਲੋ ਇੱਕ ਅਸੀਂ ਕਹਿ ਸਕਦੇ ਹਾਂ ਕਿ ਇੱਕ ਬਿਜ਼ਨਸ ਜਿਹੜਾ ਇਹਨੂੰ ਇੱਦਾਂ ਰੱਖ ਸਕਦੇ ਹਾਂ ਵੀ ਜੇਕਰ ਕੋਈ ਬੰਦਾ ਕਿਸੇ ਬਿਜ਼ਨਸ ਦੇ ਵਿੱਚ ਪੈਂਦਾ ਤੇ ਅਸੀਂ ਦੇਖਦੇ ਹਾਂ ਕਿ ਉਹ ਬੰਦਾ ਉਸ ਬਿਜ਼ਨਸ 'ਚ ਕਾਮਯਾਬ ਹੋ ਗਿਆ, ਅਸੀਂ ਵੀ ਉਹਦੇ ਜਾਣੀ ਨਕਸ਼ੇ ਕਦਮ 'ਤੇ ਚੱਲੀਏ ਕਿ ਤਾਂ ਅਸੀਂ ਵੀ ਇੱਦਾਂ ਕਾਮਯਾਬ ਹੋ ਗਏ। ਸ਼ਾਇਦ ਇੱਦਾਂ ਲੱਗਦਾ ਨਾ ਕਿ ਇੱਕ ਉਹ ਚੀਜ਼ ਜਿਹੜੀ ਆ ਕੰਮ ਕਰਦੀ ਆ, ਉਹ ਕਹਿੰਦੇ ਨਹੀਂ ਇਟਲੀ ਦੇ ਵਿੱਚ ਵੀ ਜਿਹੜੀ ਟੀਮ ਜਿੱਤਦੀ ਆ ਉਹਨੂੰ ਬਦਲਣਾ ਕਰਨ ਨੂੰ। ਇਸੇ ਕਰਕੇ ਸ਼ਾਇਦ ਪਲਾਨ ਸੋਚਦੇ ਨਾ, ਨਵਾਂ ਚੀਜ਼ ਟਰਾਈ ਕਰਨ ਤੋਂ ਡਰ ਵੀ ਇੱਕ ਲੱਗਦਾ ਨਾ, ਪੈਸੇ ਵੀ ਖਰਚਣੇ ਆ, ਕਿਤੇ ਡੁੱਬ ਨਾ ਜਾਣ, ਇਹ ਵੀ ਹੋ ਸਕਦਾ। ਤੇ ਜਿਹੜੀ ਹਲਵਾਜੋ ਦੀ ਤੁਸੀਂ ਗੱਲ ਕੀਤੀ ਉਹਦਾ ਹਾਂਜੀ ਦੱਸਿਓ। ਉਹਦਾ ਇਹ ਹੈ ਕਿ ਹੁਣ ਕਿੰਨੇ ਲੋਕੀ ਜਿਹੜੇ ਪਹਿਲਾਂ, ਹੁਣ ਲਵਾਜੋ ਦਾ ਵੀ ਸੀਨ ਇੱਕ ਹੈਗਾ ਕਿ ਪਹਿਲੀ ਗੱਲ ਤੇ ਬੰਗਲਾਦੇਸ਼ ਨੇ ਸ਼ੁਰੂ ਕੀਤੀ ਲਵਾਜੋ। ਅੱਛਾ ਜੀ, ਮਤਲਬ ਆਪਣੇ ਏਰੀਆ, ਆਪਣੀ ਸਾਈਡ ਦੇ ਲੋਕਾਂ ਨੇ ਤੁਹਾਡੇ ਪਹਿਲਾਂ ਬੰਗਲਾਦੇਸ਼ ਨੇ ਰੋਮ ਸ਼ੁਰੂ ਵਾਲੇ ਕੀਤੀ ਪਾਸੇ। ਹੈ। ਹਾਂਜੀ ਹਾਂ, ਹੁਣ ਜਿਹੜੇ ਇੰਡੀਅਨ ਸ਼ੁਰੂ ਹੋ ਗਏ ਨੇ ਵੀ ਲਵਾਜੋ ਕਰਨੀ ਹੈ, ਲਵਾਜੋ ਕਰਨੀ ਹੈ, ਲਵਾਜੋ ਕਰੋ। ਉਹ 'ਚ ਕੋਈ ਮਤਲਬ ਪੜ੍ਹਾਈ ਲਿਖਾਈ ਦੀ ਲੋੜ ਤੇ ਹੈ ਨਹੀਂ, ਹਾਂਜੀ ਠੀਕ ਹੈ ਨਾ, ਕਮਾਈ ਹੋ ਜਾਂਦੀ ਹੋਏਗੀ। ਪਰ ਗੱਲ ਹੈ ਕਿ ਜਿਹੜਾ ਪ੍ਰੋਸੈਸ ਹੈਗਾ, ਤੁਸੀਂ ਕਿਵੇਂ ਉਹ ਕੰਮ ਨੂੰ ਸੰਭਾਲਣਾ ਕਿਵੇਂ ਹੈ, ਉਹਦੀ ਘੱਟ ਤੋਂ ਘੱਟ ਸਮਝ ਹੋਣੀ ਚਾਹੀਦੀ ਹੈ। ਮਾੜਾ ਮੋਟਾ ਪਤਾ ਹੋਣਾ ਚਾਹੀਦਾ। ਚਲੋ ਜਿੱਦਾਂ ਵੀ ਅਸੀਂ ਕਹਿੰਦੇ ਹੱਥ ਪੈਰ ਮਾਰਨੇ ਬੰਦੇ ਨੂੰ ਆਉਣੇ ਚਾਹੀਦੇ। ਪਾਣੀ 'ਚ ਵੀ ਜੇ ਕੋਈ ਛਾਲ ਮਾਰ ਦੇਵੇ ਨਦੀ ਸਮੁੰਦਰ 'ਚ, ਤੇ ਜੇ ਉਹਨੂੰ ਹੱਥ ਪੈਰ ਮਾਰਨੇ ਆਊਗਾ ਤਾਂ ਹੀ ਕਿਨਾਰੇ ਤੇ ਪਹੁੰਚੂਗਾ, ਨਹੀਂ ਤਾਂ ਔਖਾ ਹੋ ਜਾਂਦਾ। ਕਿਹੜੇ ਕਾਨੂੰਨ ਦੇ ਅੰਡਰ ਤੁਸੀਂ ਕੰਮ ਕਰੋਗੇ, ਜਿਹੜਾ ਇੰਡਸਟਰੀਅਲ ਕੰਮ ਹੈਗਾ, ਕਿਹੜੇ ਕੈਮੀਕਲ ਯੂਜ਼ ਹੁੰਦੇ ਨੇ, ਉਹਨਾਂ ਦਾ ਕੀ ਫਰਕ ਹੈ ਕੀ ਨਹੀਂ ਹੈ। ਫਿਰ ਤੁਹਾਡੇ ਬਿਨਾਂ ਮਤਲਬ ਮੁੱਲ ਤੇ ਆ ਜਾਂਦੇ ਨੇ, ਚਲਾਨ ਆ ਜਾਂਦੇ ਨੇ, ਠੀਕ ਹੈ ਹਾਂਜੀ ਨਾ। ਤੇ ਉਹ ਸਾਰੀ ਚੀਜ਼ਾਂ ਨੂੰ ਕੁਝ ਘੱਟ ਤੋਂ ਘੱਟ ਸਮਝ ਨਹੀਂ ਹੋਣੀ ਚਾਹੀਦੀ ਹੈ। ਨਹੀਂ ਹੋਣਾ ਤਾਂ ਚਾਹੀਦਾ, ਘੱਟ ਤੋਂ ਮਿਨੀਮਮ ਚੀਜ਼ਾਂ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ। ਹਾਂ, ਅਕਾਊਂਟਿੰਗ ਕਿਵੇਂ ਰੱਖਣੀ, ਕਿਵੇਂ ਨਹੀਂ ਰੱਖਣੀ, ਇਹ ਸਭ ਚੀਜ਼ਾਂ ਪੜ੍ਹੇ ਲਿਖੇ ਮੁੰਡੇ ਆ ਕੇ ਅਨਪੜ੍ਹ ਹੋ ਜਾਂਦੇ ਨੇ, ਇਹ ਗੱਲਾਂ। ਔਰ ਇਹ ਨਹੀਂ ਕਿ ਸਕਸੈਸ ਨਹੀਂ ਹੈਗੀ, ਇੱਥੇ ਲੋਕੀ ਸਕਸੈਸਫੁਲ ਹੈਗੇ ਨੇ, ਇਹ ਨਹੀਂ ਕਿ ਪੈਸਾ ਨਹੀਂ ਕਮਾ ਰਹੇ, ਪੈਸਾ ਕਮਾ ਰਹੇ ਨੇ। ਪਰ ਉਹ ਪੈਸਾ ਕਮਾਉਣ ਦਾ ਤੋਂ ਇਲਾਵਾ ਕੁਝ ਜ਼ਿੰਦਗੀ ਕੁਝ ਹੋਰ ਕਿਸੇ ਲੈਵਲ ਤੇ ਪਹੁੰਚ ਨਹੀਂ ਰਹੀ ਆਪਣੇ ਬੰਦੇ। ਕੁਛ ਲੋਕੀ ਨੇ ਆਪਣੇ ਪਰਸਨਲ ਲੈਵਲ ਤੇ ਕਰਦੇ ਪਏ ਨੇ, ਪਰ ਐਜ਼ ਏ ਕਮਿਊਨਿਟੀ ਮੈਂ ਨਹੀਂ ਦੇਖਿਆ ਕਿ ਇੱਥੇ ਕੋਈ ਕਮਿਊਨਿਟੀ ਇਕੱਠੀ ਨਾਲ ਬਹਿ ਕੇ ਕਿਸੇ ਇੱਕ ਗੱਲ ਤੇ ਵਿਚਾਰ ਹੁੰਦਾ ਹੋਵੇ। ਨਹੀਂ, ਕੋਈ ਐਸੀ ਕੋਈ ਗੱਲ ਹੀ ਨਹੀਂ। ਲੰਗਰ ਖਾ ਲਓ ਸਾਰੇ ਬਹਿ ਕੇ ਬਸ, ਪਰ ਬਹਿ ਕੇ ਗੱਲ ਕਰਨੀ ਕਿ ਅਸੀਂ ਇਸ ਮੁੱਦੇ ਤੇ ਵਿਚਾਰ ਕਰਨਾ ਚਾਹੁੰਦੇ ਹਾਂ, ਇਸ ਮੁੱਦੇ ਨੂੰ ਕਿਵੇਂ ਦੇਖਣਾ, ਕਿਵੇਂ ਨਹੀਂ ਦੇਖਣਾ, ਉਹਦੇ ਬਾਰੇ ਵਿਚਾਰ ਸਾਡੀ ਕਮਿਊਨਿਟੀ 'ਚ ਨਹੀਂ ਹੁੰਦਾ। ਹੁਣ ਇਹ ਪ੍ਰੋਬਲਮ ਹੈ। ਚਲੋ ਪ੍ਰੋਬਲਮਾਂ ਤੇ ਕਾਫੀ ਨੇ। ਆਪਾਂ ਫਿਲਹਾਲ ਅੱਜ ਤਾਂ ਕੁਛ ਜਿਹੜੇ ਪੁਆਇੰਟ ਕਲੀਅਰ ਕੀਤੇ। ਇੱਕ ਤਾਂ ਆਪਣੇ ਬੰਦਿਆਂ ਦਾ ਵੀਜ਼ਾ ਰਿਫਿਊਜ਼ ਕਿਉਂ ਹੁੰਦਾ, ਕੁਝ ਪੁਆਇੰਟ ਮੈਂ ਨੋਟ ਕਰ ਰਿਹਾ ਸੀ ਕਿ ਬਿਨਾਂ ਇਨਫੋਰਮੇਸ਼ਨ ਤੋਂ ਜ਼ਿਆਦਾਤਰ ਯੂਥ ਬਾਹਰ ਜਾ ਰਿਹਾ। ਅਤੇ ਜੋ ਸਾਊਥ ਦੀ ਜੇ ਅਸੀਂ ਗੱਲ ਕਰੀਏ, ਸਾਊਥ ਦੇ ਜ਼ਿਆਦਾਤਰ ਸਟੂਡੈਂਟ ਵੀਜ਼ੇ ਲੱਗਣ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ। ਨੌਰਥ ਦੇ 95% ਰਿਜੈਕਟ ਹੋ ਜਾਂਦੇ ਆ। ਕਾਰਨ ਮੇਨ ਲੈਂਗੁਏਜ ਦਾ, ਕਿਉਂਕਿ ਜੇ ਸਟੂਡੈਂਟ ਵੀਜ਼ਾ ਅਪਲਾਈ ਵੀ ਕੀਤਾ, ਇਹ ਨਹੀਂ ਪਤਾ ਕਿ ਅਸੀਂ ਸਟੱਡੀ ਕਿਹੜੀ ਕਰਨੀ ਆ, ਸਾਡੀ ਯੂਨੀਵਰਸਿਟੀ ਦਾ ਨਾਮ ਕਿਹੜਾ। ਕਿਉਂਕਿ ਸਾਡਾ ਜਿਹੜਾ ਯਕੀਨ ਏਜੰਟ 'ਤੇ ਆ, ਸਾਡਾ ਮੂਹਰੇ ਬੰਦਾ ਖੜਾ ਆ, ਉਸ ਏਜੰਟ ਨੇ ਸਾਨੂੰ ਸਾਂਭ ਲੈਣਾ। ਅਤੇ ਬਾਕੀ ਆਪਾਂ ਇਹ ਵੀ ਦੇਖਿਆ ਕਿ ਜੇ ਅਸੀਂ ਲੱਭਣੇ ਹੋਣ ਕੋਰਸ, ਤਾਂ ਅਸੀਂ ਕਿੱਦਾਂ ਲੱਭਣੇ ਆ। ਅੱਜ ਜਿਹੜੇ ਪੁਆਇੰਟ ਕੁਛ ਜਿਹੜੇ ਆਪਾਂ ਦੇਖੇ, ਅਤੇ ਜ਼ਿਆਦਾਤਰ ਜੁਗਾੜ ਤੋਂ ਬਚਣਾ ਵੀ ਸਿੱਖਣਾ ਚਾਹੀਦਾ। ਹਮੇਸ਼ਾ ਜੁਗਾੜ ਹੀ ਕੰਮ ਨਹੀਂ ਆਉਂਦਾ। ਅਤੇ ਹਾਂਜੀ, ਇਹ ਉਹ ਚੀਜ਼ਾਂ ਨੇ ਜਿਹੜੀਆਂ ਅੱਜ ਆਪਾਂ ਜੋ ਸਾਨੂੰ ਸੁਣ ਰਿਹਾ ਵੀਰ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ। ਅਤੇ ਆਪਾਂ ਚਲੋ ਦੇਖਦੇ ਹਾਂ ਅੱਜ ਦੇ ਜੋ ਸਾਡਾ ਐਪੀਸੋਡ, ਸਾਡੇ ਜਿਹੜੇ ਸੁਣ ਰਹੇ ਭੈਣ ਭਰਾ ਵੀਰ ਸੱਜਣ, ਉਹਨਾਂ ਨੂੰ ਵਧੀਆ ਲੱਗਿਆ ਹੋਊਗਾ। ਤੁਸੀਂ ਲਾਸਟ 'ਤੇ ਹੁਣ ਹਰਵਿੰਦਰ ਭਾਜੀ ਕੁਛ ਜਾਂਦੇ ਕੁਛ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਕਿ ਬਈ ਅਗਰ ਤੁਸੀਂ ਜ਼ਿੰਦਗੀ ਯੂਰਪ ਦੇ ਵਿੱਚ ਸੈਟਲ ਕਰਨਾ ਚਾਹੁੰਦੇ ਹੋ, ਜਿਹੜੀ ਮਰਜ਼ੀ ਕੰਟਰੀ ਹੋਵੇ, ਹੁਣ ਉਸ ਕੰਟਰੀ ਦੇ ਬਾਰੇ ਘੱਟ ਤੋਂ ਘੱਟ ਨਾ ਜੋ ਲੀਗਲ ਇਨਫੋਰਮੇਸ਼ਨ ਹੈਗੀ ਹੈ, ਜੋ ਰਾਈਟ ਸੋਰਸ ਤੋਂ ਇਨਫੋਰਮੇਸ਼ਨ ਹੈਗੀ ਹੈ, ਐਨ ਕਿ ਏਜੰਟ ਤੋਂ ਸੁਣਿਆ ਹਾਂਜੀ, ਜਾਂ ਸਾਡੇ ਕੋਲੋਂ ਵੀ ਸੁਣਿਆ, ਖੁਦ ਪੜ੍ਹ ਲਓ ਇੱਕ ਵਾਰੀ ਆ ਕੇ। ਜ਼ਿਆਦਾਤਰ ਜਿਹੜੀ ਵੈਬਸਾਈਟਾਂ ਐਮਬੈਸੀ ਦੀ ਵੈਬਸਾਈਟ ਹੁੰਦੀਆਂ, ਉਹ ਇੰਗਲਿਸ਼ ਵਿੱਚ ਵੀ ਹੁੰਦੀਆਂ। ਹਾਂਜੀ, ਇੰਗਲਿਸ਼ ਤੋਂ ਪੰਜਾਬੀ 'ਚ ਗੂਗਲ ਟਰਾਂਸਲੇਟ ਆਰਾਮ ਨਾਲ ਕਰ ਦਿੰਦਾ। ਹਾਂਜੀ, ਭਾਵੇਂ ਟੁੱਟੀ ਭੱਜੀ ਕਰਤਾ, ਪਰ ਗੱਲ ਤਾਂ ਸਮਝ ਆ ਜਾਂਦੀ ਹੈ। ਗੱਲ ਸਮਝਾ ਦਿੰਦਾ ਜੀ। ਹਾਂਜੀ ਹਾਂ, ਤੇ ਘੱਟ ਹੁਣ ਲੋਕਾਂ ਦੇ ਪਿੱਛੇ ਪੁਰਤਗਾਲ ਦਾ ਪਿਆ ਸਿਆਪਾ, ਪੁਰਤਗਾਲ ਜਾਣਾ, ਠੀਕ ਹੈ ਨਾ। ਪੁਰਤਗਾਲ ਦੇ ਉੱਥੇ ਵਿੱਚ ਸ਼ਾਇਦ 50 ਸਾਲਾਂ 'ਚ ਪੇਪਰ ਬਣ ਜਾਂਦੇ ਆ, ਇਹ ਇੱਕ ਕਾਰਨ ਹੋ ਸਕਦਾ। ਨਹੀਂ, ਉਹੀ ਗੱਲ ਹੈ ਨਾ, ਬਣ ਜਾਂਦੇ। ਉਹ ਕਿਵੇਂ ਬਣਦੇ ਨੇ, ਕੀ ਪ੍ਰੋਸੈਸ ਹੈ, ਉਹ 'ਚ ਕੀ ਹਿਸਾਬ ਕਿਤਾਬ ਹੈ, ਨਹੀਂ ਪਤਾ ਲੋਕਾਂ ਨੂੰ। ਹਾਂਜੀ, ਉਹ ਪਤਾ ਹੈ ਤੇ ਉਹ ਜਿਵੇਂ ਆਪਸ ਗੱਲ ਕਰਕੇ ਪਤਾ ਹੈ, ਪਾਸਾ ਪਰ ਰੌਲਾ, ਠੀਕ ਹੈ ਨਾ। ਹਾਂਜੀ, ਮਤਲਬ ਇਹ ਨਹੀਂ ਪਤਾ ਕਿ ਯਾਰ ਅਸਲੀ ਪ੍ਰੋਸੈਸ ਕੀ ਹੈਗਾ। ਕਿਸੇ ਨੇ ਅੱਜ ਤੱਕ ਉਹ ਵੈਬਸਾਈਟ ਦੇਖੀ ਨਹੀਂ ਹੋਣੀ। ਇਹ ਨਹੀਂ ਕਿ ਨਹੀਂ ਹੈਗੇ ਮੁੰਡੇ, 4-5 ਮੁੰਡੇ ਮਿਲ ਜਾਂਦੇ ਨੇ 100 ਦੇ ਵਿੱਚੋਂ, ਜਿਨ੍ਹਾਂ ਨੂੰ ਪੜ੍ਹਨਾ ਲਿਖਣਾ ਆਉਂਦਾ ਹੈ, ਹਾਂਜੀ, ਉਹ ਸਮਝ ਜਾਂਦੇ ਨੇ, ਠੀਕ ਹੈ ਨਾ। ਤੇ ਹਰ ਕੰਟਰੀ ਦੀ ਯੂਰਪ ਵਿੱਚ ਜਿਹੜੀ ਹੈ ਇਮੀਗ੍ਰੇਸ਼ਨ ਹੈਗੀ ਹੈ, ਉਹਦਾ ਕਾਨੂੰਨ ਅਲੱਗ ਹੈਗਾ। ਅਲੱਗ ਹੈ, ਹਾਂਜੀ। ਤੇ ਅਗਰ ਸਾਨੂੰ ਹਰ ਕੰਟਰੀ ਦੇ ਕਾਨੂੰਨ ਦੀ ਇਨਫੋਰਮੇਸ਼ਨ ਨਹੀਂ ਹੈਗੀ, ਉਹ ਸਾਡਾ ਕੰਮ ਵੀ ਨਹੀਂ ਹੈਗਾ ਬੇਸਿਕਲੀ, ਠੀਕ ਹੈ ਨਾ। ਹਾਂਜੀ, ਸਾਨੂੰ ਇਟਲੀ ਬਾਰੇ ਪਤਾ ਕਿਉਂਕਿ ਇਟਲੀ 'ਚ ਇਨਵੋਲਵ ਹੈਗੇ ਆ। ਹਾਂਜੀ, ਤੇ ਇਸ ਵਾਸਤੇ ਸਲਾਹ ਆਈ ਹੋਇਆ ਕਿ ਤੁਸੀਂ ਜਿਹੜੀ ਕੰਟਰੀ ਵਾਸਤੇ ਜਾਣਾ ਸੈਟਲ ਹੋ ਜਾਂਦੇ ਹੋ,
3-4 ਮਹੀਨੇ ਉਹਦੇ ਬਾਰੇ ਸਮਝੋ, ਪੜੋ, ਇਨਫੋਰਮੇਸ਼ਨ ਲਓ। ਏਜੰਟ ਕੋਲੋਂ ਨਹੀਂ। ਏਜੰਟ ਨੇ ਆਪਣੀ ਦੁਕਾਨ ਚਲਾਉਣੀ, ਉਹਨੇ ਕਹਿੰਦਾ ਸਭ ਠੀਕ ਹੈ, ਹਾਂਜੀ ਉਹਨੇ ਕਹਿੰਦਾ ਜੀ ਕੰਮ ਹੋ ਜਾਏਗਾ ਬਸ। ਉਹ ਤੁਹਾਨੂੰ ਪਤਾ ਨਾ 10 ਲੱਖ ਰੁਪਏ ਲੱਗ ਗਏ, ਹੁਣ ਕੰਮ ਹੋ ਗਿਆ, ਇੱਥੇ ਤੁਸੀਂ ਜਿਹੜੀ ਹਾਲਤ ਰਹਿ ਗਏ ਹੋ ਉਹਨੂੰ ਤੁਸੀਂ, ਉਹ ਕਹਿੰਦੇ ਨਾ ਕਿ ਅੱਜ ਗਰਾਈ ਆ ਗਈ, ਹੁਣ ਮਿੱਠੀ ਹੈ ਫਿੱਕੀ ਹੈ ਜੋ ਵੀ ਹੈ ਖਾਣ 'ਚ ਪੈਣੀ ਹੈ। ਹਾਂਜੀ ਤੇ ਉਹ ਗੱਲ ਹੋਈ ਹੈ ਕਿ ਹੁਣ ਜਿਹੜੇ 10 ਲੱਖ ਰੁਪਏ ਲਗਾਤੇ ਨੇ ਉਹ ਤਾਂ ਗਏ। ਹਾਂਜੀ ਹਾਂਜੀ ਇਹ ਤਾਂ ਹੈ ਜੀ। ਇਸ ਵਾਸਤੇ ਉਹ ਲਗਾਉਣ ਤੋਂ ਪਹਿਲਾਂ ਇੱਕ ਵਾਰੀ 2-3 ਮਹੀਨਾ ਬੰਦਾ ਚੰਗੀ ਤਰ੍ਹਾਂ ਸਟੱਡੀ ਕਰ ਲੇ ਏਜੰਟਾਂ ਦੇ ਇਲਾਵਾ, ਕਿਉਂਕਿ ਏਜੰਟਾਂ ਨੇ ਤਾਂ ਕਹਿਣਾ ਵੀ ਸਭ ਠੀਕ ਹੈ, ਚਿੰਤਾ ਵਾਲੀ ਗੱਲ ਨਹੀਂ। ਹਾਂਜੀ ਪਿਆਜ ਹੋ ਕੋਈ ਗੱਲ ਨਹੀਂ ਜੀ। ਹਾਂਜੀ ਸਭ ਓਕੇ ਹਾਂ ਹੈ। ਸਭ ਓਕੇ। ਫਿਰ ਇੱਥੇ ਪਤਾ ਲੱਗਦਾ ਕੀ ਹੋ ਗਿਆ ਆਪਾਂ, ਮਤਲਬ ਮੈਂ ਤਾਂ ਇਹ ਵੀ ਦੇਖੇ ਸੁਣਨ ਨੂੰ ਮਿਲਿਆ ਕਿ ਰਿਸ਼ਤੇਦਾਰ ਹੀ ਮਾਰ ਜਾਂਦੇ ਨੇ, ਚਲੋ ਇਹ ਤਾਂ ਰਿਸ਼ਤੇਦਾਰ ਹੀ ਹੁਣ ਲੋਕਾਂ ਨੂੰ ਪਰੇਸ਼ਾਨ ਕਰ ਦਿੰਦੇ ਨੇ। ਹਾਂਜੀ ਮੈਂ ਚਲੋ ਇੱਥੇ ਗੱਲ ਖਤਮ ਕਰਨਾ, ਨਹੀਂ ਤੇ ਫਿਰ ਗੱਲ ਫਿਰ ਦੂਜੀ ਹੋ ਜਾਂਦੀ। ਨਹੀਂ ਚਲੋ ਆਪਾਂ ਜ਼ਿਆਦਾ ਗਹਿਰਾਈ 'ਚ ਤਾਂ ਚਲੋ ਹੁਣ ਕੀ ਜਾਣਾ। ਤੇ ਠੀਕ ਆ ਜੀ, ਫਿਰ ਆਪਾਂ ਇੱਕ ਤਾਂ ਸਭ ਤੋਂ ਪਹਿਲਾਂ ਰਵਿੰਦਰ ਭਾਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਫਿਰ ਅਗਲੇ ਹਫਤੇ ਜਾਂ ਉਸ ਤੋਂ ਅਗਲੇ ਹਫਤੇ ਦੇਖਾਂਗੇ, ਫਿਰ ਇੱਕ ਨਵੇਂ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ। ਅੱਜ ਦਾ ਟੌਪਿਕ ਇਹੀ ਸੀ ਕਿ ਸਿਰਫ ਜੁਗਾੜ ਨਹੀਂ, ਇਨਫੋਰਮੇਸ਼ਨ ਆਪ ਵੀ ਕਲੈਕਟ ਕਰਨੀ ਚਾਹੀਦੀ ਆ। ਵੀਜ਼ੇ ਕਿਉਂ ਨਹੀਂ ਲੱਗਦੇ, ਸਟੂਡੈਂਟ ਅਪਲਾਈ ਹੋ ਜਾਂਦੇ ਆ ਇਟਲੀ 'ਚ। ਜੇਕਰ ਤੁਸੀਂ ਕੱਚੇ ਵੀ ਆਉਂਦੇ ਆ ਫਿਰ ਵੀ ਪ੍ਰੋਜੈਕਟ ਹੁੰਦੇ ਆ ਜਿਨ੍ਹਾਂ ਦੇ ਅੰਡਰ ਅਸੀਂ ਕੰਮ ਕਰ ਸਕਦੇ ਹਾਂ, ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੀ ਨਹੀਂ। ਅਤੇ ਉਹ ਗੱਲਾਂ ਨੇ ਜਿਹੜੀਆਂ ਭਾਜੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਅਤੇ ਤੁਹਾਨੂੰ ਸਾਰਿਆਂ ਨੂੰ ਦੱਸਿਆ। ਅਤੇ ਸਾਨੂੰ ਕਿੱਦਾਂ ਦੀ ਲੱਗੀ ਅੱਜ ਦੇ ਐਪੀਸੋਡ ਦੀ ਸਾਡੀ ਇਹ ਕੜੀ, ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਅਤੇ ਆਪਾਂ ਆਪਣੇ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ।